सतगुरु के प्यारे हो। गावहो सच्ची बानी, बानी तां गावहो गुरु केरी। बानियाँ सिर बानी, जिनका नदर करम होवै। हिरदै तिन्ना समानी, पीवहो अमृत सदा रहो हर रंग। जपहो सारंग पानी, कहे नानक सदा गावहो। ए सच्ची बानी, बानी गुरु गुरु है बानी। विच बानी अमृत सारे, गुरबानी कहे सेवक जन मानै। परतख गुरु निस्तारै, सतनाम वाहिगुरु साहिब जी। गौड़ी महला पंजवा। हार पेखन को सिमरत मन मेरा। आस प्यासी चितवों दिन रैनी। है कोई संत मिलावे नेरा। रहाओ सेवा करूं दास दासन की। अनक भांत तिस करूं नहोरा। तुला धार तुले सुख सगले। बिन हर दरस सबो ही थोरा। संत प्रसाद गाए गुण सागर। जन्म जन्म को जात बहोरा। आनंद सुख भेटत हर नानक। जन्म किरतारथ सफल सवेरा। संत प्रसाद गाए गुण सागर। जन्म जन्म को जात बहोरा। आनंद सुख भेटत हर नानक। जन्म किरतारथ सफल सवेरा। वाहिगुरु जी का खालसा, वाहिगुरु जी की फतेह। पावन पवित्र शब्द गौड़ी राग अंदर गुरु ग्रंथ साहिब जी दे 204 अंग उपर सुशोभित है। इस शब्द की विचार भाई साहब भाई जोगिंदर सिंह जी हैड ग्रंथी गुरुद्वारा मोती बाग साहिब आप जी नूं सरवण करवाउणगे।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਰਬੱਤ ਸੰਗਤ ਦੇ ਸਹਿਯੋਗ ਸਦਕਾ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕੱਲੂ ਮਹਿ ਸਾਕਾ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਆਰੰਭ ਹੋਵੇਗਾ। 17 ਦਸੰਬਰ ਨੂੰ, ਜੋ ਕਿ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਬੰਗਲਾ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਰਕਾਬਗੰਜ ਸਾਹਿਬ ਪੁੱਜੇਗਾ। 18 ਦਸੰਬਰ ਨੂੰ ਸਤਿਗੁਰਾਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਦੀਵਾਨ ਭਾਈ ਲੱਖੀ ਸ਼ਾਹ ਨਜ਼ਾਰਾ ਹਾਲ ਅੰਦਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮਨਾਏ ਜਾਣਗੇ। 16 ਦਸੰਬਰ ਰਾਤ ਨੂੰ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਗੁਰਦੁਆਰਾ ਸੀਸਗੰਜ ਸਾਹਿਬ ਤਕਰੀਬਨ ਰਾਤ 11:30 ਵਜੇ ਤੱਕ ਮਨਾਏ ਜਾਣਗੇ। ਇਸ ਮਹੀਨੇ ਦੀ ਸੰਗਰਾਂਦ 16 ਤਰੀਕ ਦੀ ਹੈ। ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਗਲੇ ਸਮੇਂ ਲਈ ਪਾਵਨ ਗੁਰਬਾਣੀ ਦੀ ਸ਼ਬਦ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ कोट पराध हमारे खंडो अनेक विधि समझावो हम अज्ञान अल्प मत थोरी तुम अपन बिरद रखावो तुमरी शरण तुम्हारी आसा तुम ही सजन सोहेले राखो राखनहार दयाला नानक घर के गोले राखो राखनहार दयाला नानक घर के गोले बदबख्त हम चूं बखील गाफल बेनज़र बेबाक नानक बुगोयद जन तुरा तेरे चाकरां पा खाक नानक बुगोयद जन तुरा तेरे चाकरां पा खाक। अष्टम बलबीरा बाला प्रीतम सतगुरु धन धन धन
ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਮੁਕੱਦਸ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੁਗੋ ਜੁਗ ਅਟਲ ਸ਼ਬਦ ਗੁਰੂ ਕਲਯੁਗ ਦੇ ਤਾਰਨਹਾਰ ਸ਼ਬਦ ਅਵਤਾਰ ਸ਼ਬਦ ਗੁਰ ਪੀਰਾ ਸਤਿਗੁਰੂ ਗਿਆਨ ਦੀ ਮੂਰਤ ਗੁਣਾ ਦੇ ਭੰਡਾਰ ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨ ਦੀ ਹਾਜ਼ਰੀ ਭਰਦੇ ਹਾਂ। ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਵਡਭਾਗੀ ਸਤਸੰਗੀ ਜਨੋ, ਰੱਬੀ ਕਲਾਮ ਰੱਬੀ ਬਾਣੀ ਆਸਾ ਕੀ ਵਾਰ ਸ਼ਬਦ ਕੀਰਤਨ ਦਾ ਆਪ ਜੀਆਂ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਸਰਵਣ ਕਰਕੇ ਆਨੰਦ ਮਾਣਿਆ ਹੈ। ਨਾਲ ਹੀ ਰੋਜ਼ਾਨਾ ਦੀ ਤਰ੍ਹਾਂ ਨਿਯਤ ਸਮੇਂ ਮੁਤਾਬਕ ਚੱਲ ਰਹੀ ਗੁਰ ਸ਼ਬਦ ਬਾਣੀ ਦੀ ਵਿਚਾਰ, ਅੱਜ ਦੇ ਗੁਰੂ ਮਹਾਰਾਜ ਜੀ ਦੇ ਵਿਚਾਰ ਅਧੀਨ ਜਿਹੜੇ ਹੁਕਮ ਹਨ ਉਹਨਾਂ ਨੂੰ ਗੁਰੂ ਕੇ ਵਜ਼ੀਰ ਸਾਹਿਬ ਪਾਸੋਂ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਆਓ ਜਿੱਥੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕਰਕੇ ਆਪਣੇ ਦਰਬਾਰ ਵਿੱਚ ਜੁੜਨ ਦਾ ਸੁਭਾਗ ਦਿੱਤਾ, ਰੱਬੀ ਬਾਣੀ ਨੂੰ ਸਰਵਣ ਕਰਨ ਦਾ ਇੱਕ ਜੀਵਨ ਅੰਦਰ ਬੇਸ਼ੁਮਾਰ ਕੀਮਤੀ ਸਮਾਂ ਰਹਿਮਤ ਕਰਕੇ ਬਖਸ਼ਿਆ ਹੈ, ਕਿਉਂਕਿ ਇਹ ਸਾਡਾ ਕਿਸੇ ਦਾ ਆਪਣਾ ਜ਼ੋਰ ਨਹੀਂ, ਹਜ਼ੂਰ ਦੀ ਅੰਮ੍ਰਿਤ ਬਾਣੀ ਦਾ ਫੈਸਲਾ ਹੈ। ਪਾਤਸ਼ਾਹ ਕਹਿੰਦੇ ਜਾਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸ਼ਰਨ ਨਾਨਕ ਤੇ ਆਏ। ਫਿਰ ਗੁਰੂ ਦਰਬਾਰ ਵਿੱਚ ਹਾਜ਼ਰ ਹੋ ਕੇ ਸਤਸੰਗਤ ਵਿੱਚ ਜੁੜ ਕੇ ਜਪਣ ਦਾ ਸਿਮਰਨ ਦਾ ਸੁਣਨ ਦਾ ਜਿਹੜਾ ਇਹ ਸਮਾਂ ਹੈ, ਇਹ ਵੀ ਕਰਤੇ ਦੀ ਬਰਕਤ ਨਾਲ ਹੈ। ਰੋਜ਼ ਪੜ੍ਹਦੇ ਹਾਂ ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਸੋ ਗੁਰੂ ਮਹਾਰਾਜ ਹੋਰ ਰਹਿਮਤ ਕਰਨ, ਜਿਹੜਾ ਆਪਾਂ ਗਾਇਆ ਹੈ ਜੋ ਸੁਣਿਆ ਹੈ ਉਸ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਧਾਰਨ ਕਰ ਸਕੀਏ। ਸੋ ਸ਼ਬਦ ਵਿਚਾਰ ਨਾਲ ਜੁੜਨ ਦਾ ਯਤਨ ਕਰਨਾ ਗੁਰੂ ਪਿਤਾ ਦੇ ਚਰਨਾਂ ਵਿੱਚ ਅਰਜ਼ੋਈ ਬੇਨਤੀ ਕਰਦੇ ਹਾਂ ਵੀ ਮਾਲਕ ਜੀ ਕਿਰਪਾ ਕਰੋ, ਸਾਨੂੰ ਵੀ ਉਹ ਮਤ ਬਖਸ਼ਿਸ਼ ਕਰੋ ਕਿ ਆਪ ਜੀ ਦੇ ਹੁਕਮਾਂ ਦੀ ਸੋਝੀ ਪ੍ਰਾਪਤ ਹੋਵੇ ਤੇ ਆਪਣੇ ਜੀਵਨ ਵਿੱਚ ਇਹਨਾਂ ਨੂੰ ਆਪਾਂ ਧਾਰਨ ਕਰ ਸਕੀਏ। ਐਸੀ ਅਰਦਾਸ ਬੇਨਤੀ ਜੋਦੜੀ ਕਰਦੇ ਹਾਂ। ਲਗਾਓ ਗੁਰੂ ਚਰਨਾਂ ਵਿੱਚ ਹਾਜ਼ਰੀ, ਦਿਓ ਅਸੀਸ ਗੁਰੂ ਫਤਿਹ ਦੀ ਪ੍ਰਵਾਨਗੀ ਬਖਸ਼ੋ, ਕੋਈ ਰਸਨਾ ਵਾਂਝੀ ਨਾ ਰਵੇ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਹੁਕਮ ਜੋ ਰਾਗ ਗੌੜੀ ਵਿੱਚ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਕ 204 ਉੱਤੇ ਸ਼ੁਭਾਇਮਾਨ ਹੈ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਜੀ, ਗੁਰੂ ਕੀ ਰਹਿਮਤ ਨਾਲ ਜੁੜੀਏ ਬਚਨ ਹਨ। ਗੌੜੀ ਰਾਗ ਹੈ ਮਹੱਲਾ ਪੰਜਵਾਂ। ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ, ਸ਼ਾਂਤੀ ਦੀ ਮੂਰਤ ਸਤਿਗੁਰੂ ਸ਼੍ਰੀ ਗੁਰੂ ਅਰਜੁਨ ਦੇ ਪਿਤਾ ਮਹਾਰਾਜ ਜੀ ਦੇ ਮੁਬਾਰਕ ਮੁਖਾਰ ਬਿੰਦ ਚੋਂ ਉਚਾਰਨ ਹੋਇਆ ਇਹ ਬਚਨ ਹੈ। ਸਤਿਗੁਰੂ ਪਹਿਲੇ ਬੰਦ ਵਿੱਚ ਹੀ ਰਹਾਉ ਦੇ ਰਾਹੀਂ ਜੋ ਉਪਦੇਸ਼ ਕਰ ਰਹੇ ਹਨ। ਹਰ ਪੇਖਨ ਕੋ ਸਿਮਰਤ ਮਨ ਮੇਰਾ, ਮੇਰਾ ਜਿਹੜਾ ਮਨ ਹੈ ਉਹ ਹਰੀ ਵਾਹਿਗੁਰੂ ਦੇ ਦੀਦਾਰ ਵਾਸਤੇ ਦਰਸ਼ਨਾਂ ਦੀ ਤੜਫ ਰੱਖਦੇ ਹਾਂ, ਦਰਸ਼ਨ ਕਰਨ ਵਾਸਤੇ ਤੜਫਦਾ ਹੈ ਤੇ ਆਪ ਜੀ ਨੂੰ ਸਿਮਰਦਾ ਹੈ। ਭਾਵ ਮਨ ਅੰਦਰ ਜਿਹੜੀ ਆਸ ਹੈ ਉਹ ਦਰਸ਼ਨਾਂ ਦੀ ਹੈ ਤੇ ਦਰਸ਼ਨ ਦੀ ਆਸ ਰੱਖਦਿਆਂ ਹੋਇਆਂ ਵਾਹਿਗੁਰੂ ਤੈਨੂੰ ਯਾਦ ਕੀਤਾ ਜਾ ਰਿਹਾ ਹੈ। ਦਰਸ਼ਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਵਾਰੀ ਹੈ। ਜਿੱਥੇ ਖਟ ਦਰਸ਼ਨ ਕਰਕੇ ਜਿੱਥੇ ਆਏਗਾ ਉੱਥੇ ਇਹ ਸ਼ਾਸਤਰਾਂ ਵਾਸਤੇ ਹੈ। ਜਿੱਥੇ ਦਰਸ਼ਨ ਲਈ ਸ਼ਬਦ ਹੈ, ਦਰਸ਼ਨ ਦਾ ਦੋ ਰੂਪਾਂ ਵਿੱਚ ਆਪਾਂ ਵਿਚਾਰ ਕਰਦੇ ਹਾਂ, ਪੱਖ ਲੈਂਦੇ ਹਾਂ। ਇੱਕ ਹੈ ਅੰਦਰੂਨੀ ਪੱਖ,
ਇੱਕ ਹੈ ਬਾਰਮੁਖੀ ਦੀਦਾਰ। ਜੋ ਕੁਝ ਦਿਖਾਈ ਦੇ ਰਿਹਾ ਹੈ, ਇੱਕ ਇਸ ਦੇ ਦਰਸ਼ਨ ਨੇ ਜਿਹੜੇ ਓਪਰੀ ਅੱਖਾਂ ਨਾਲ ਹੁੰਦੇ ਹੈ, ਇੱਕ ਦਰਸ਼ਨ ਨੇ ਜਿਹੜੇ ਅੰਦਰੂਨੀ ਗਿਆਨ ਦੇ ਰਾਹੀਂ ਹੋਣਗੇ, ਅਨੁਭਵੀ ਦਰਸ਼ਨ ਨੇ। ਭਾਈ ਕਾਨ ਸਿੰਘ ਜੀ ਨਾਭਾ ਜੀ ਨੇ ਦਰਸ਼ਨ ਬਾਰੇ ਮਹਾਨ ਕੋਸ਼ ਵੀ ਜਿਹੜਾ ਜ਼ਿਕਰ ਕੀਤਾ, ਉਹ 4 ਤਰ੍ਹਾਂ ਦੇ ਦਰਸ਼ਨਾਂ ਦਾ ਹਵਾਲਾ ਦਿੰਦੇ ਹੈ। ਉਹ ਕਹਿੰਦੇ ਨੇ ਇੱਕ ਦਰਸ਼ਨ ਨੇ ਮਨੁੱਖ ਦੇ, ਜਦੋਂ ਉਸ ਦੇ ਅੰਦਰ ਇੱਕ ਭਾਵ ਜਾਗਦਾ ਮੈਂ ਕਿਸੇ ਨੂੰ ਮਿਲਣਾ, ਤੇ ਉਹ ਸਰਵਣ ਕਰਦਾ ਉਸ ਦੇ ਬੋਲ। ਪਹਿਲੇ ਦਰਸ਼ਨ ਨੇ ਸਰਵਣ ਦਰਸ਼ਨ। ਦੂਸਰੇ ਦਰਸ਼ਨ ਨੇ ਚਿੱਤਰ ਦਰਸ਼ਨ, ਕਿ ਕੋਈ ਆਕਾਰ, ਕੋਈ ਆਕ੍ਰਿਤੀ, ਕੋਈ ਮੂਰਤ, ਕੋਈ ਚਿੱਤਰਣ ਦੇਖਦਾ ਹੈ, ਉਸ ਦੇ ਦਰਸ਼ਨ ਕਰਦਾ ਹੈ। ਤੀਸਰੇ ਦਰਸ਼ਨ ਨੇ ਸੁਪਨ ਦਰਸ਼ਨ, ਜਿਹੜੇ ਕਿ ਸੁਪਨੇ ਵਿੱਚ ਦੀਦਾਰ ਹੁੰਦੇ ਹੈ। ਇਹਨਾਂ ਸਾਰਿਆਂ ਦੀ ਅਗਰ ਆਪਾਂ ਗੱਲ ਕਰੀਏ, ਦੇਖੋ ਸਰਵਣ ਦਰਸ਼ਨ ਹੈ, ਅਗਰ ਉਸ ਨੂੰ ਪਕੜਿਆ ਨਾ ਜਾਵੇ ਉਹ ਵੀ ਸਮਾਂ ਪਾ ਕੇ ਭੁੱਲ ਜਾਂਦਾ ਹੈ। ਜਿਹੜੇ ਚਿੱਤਰ ਦਰਸ਼ਨ ਨੇ, ਉਹ ਵੀ ਜਦੋਂ ਤੱਕ ਆਕ੍ਰਿਤੀ ਸਾਹਮਣੇ ਹੈ ਉਦੋਂ ਤੱਕ ਦੀਦਾਰ ਕਰਦਾ, ਮੁੜ ਕੇ ਉਹ ਵੀ ਭੁੱਲ ਜਾਣਗੇ। ਤੀਸਰੀ ਤਰ੍ਹਾਂ ਦੀ ਅਗਰ ਗੱਲ ਕਰਦੇ ਹਾਂ ਸੁਪਨ ਦਰਸ਼ਨ, ਸੁਪਨਾ ਤੇ ਹੈ ਹੀ ਝੂਠਾ ਹੈ, ਥੋੜੀ ਦੇਰ ਦੀ ਨੀਂਦ ਹੈ, ਸੁਪਨਾ ਆਇਆ ਤੇ ਉਹ ਦੀਦਾਰ ਹੋਏ, ਉਸ ਤੋਂ ਬਾਅਦ ਉਹ ਫਿਰ ਵਿਸਰ ਜਾਂਦੇ ਹੈ। ਤੇ ਚੌਥੇ ਦਰਸ਼ਨ ਨੇ ਪ੍ਰਤੱਖ ਦਰਸ਼ਨ, ਜੋ ਮਹਾਨ ਕੋਸ਼ ਵਿੱਚ ਉਹਨਾਂ ਨੇ ਹਵਾਲੇ ਦਿੱਤੇ ਹੈ। ਉਹ ਕਹਿੰਦੇ ਚੌਥੇ ਦਰਸ਼ਨ ਨੇ ਪ੍ਰਤੱਖ, ਆਪਣੇ ਪਿਆਰੇ ਦੇ ਪ੍ਰਤੱਖ ਦੀਦਾਰ ਕਰਨੇ, ਉਸ ਦੇ ਨੇੜੇ ਪਹੁੰਚ ਜਾਣਾ, ਉਸ ਨੂੰ ਮਿਲਣਾ। ਤੇ ਜਿਹੜੇ ਅੰਦਰੂਨੀ ਦਰਸ਼ਨ ਤੇ ਬਾਹਰਮੁਖੀ ਦਰਸ਼ਨ ਨੇ, ਇਹ ਵੀ ਇਸੇ ਵਿਸ਼ੇ ਦੀ ਪ੍ਰੋੜਤਾ ਹੈ ਕਿ ਜਦੋਂ ਬਾਹਰਲੇ ਦੀਦਾਰ ਦੀ ਆਪਾਂ ਗੱਲ ਕਰਦੇ ਹਾਂ ਕਿ ਜੀ ਤੁਸੀਂ ਸਾਨੂੰ ਬੜੇ ਚਿਰ ਬਾਅਦ ਮਿਲੇ ਹੋ, ਆਪਾਂ ਬਾਹਰਲੇ ਦੀਦਾਰ ਕੀਤੇ, ਥੋੜੀ ਦੇਰ ਬਾਅਦ ਬੰਦਾ ਫੇਰ ਵਿਛੜ ਗਿਆ, ਉਹ ਪਦਾਰਥ ਵਿਸਰ ਗਿਆ। ਤੇ ਇਹ ਗੁਰੂ ਸਾਹਿਬ ਨੇ ਆਪ ਕਿਹਾ, ਇਹ ਬਾਹਰਲੇ ਦਰਸ਼ਨ ਸਦੀਵ ਹੋਂਦ ਵਾਲੇ ਨਹੀਂ, ਬਾਹਰਲੇ ਦਰਸ਼ਨ ਸਦੀਵ ਹੋਂਦ ਵਾਲੇ ਨਹੀਂ ਹਨ। ਇਸੇ ਕਰਕੇ ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਬੰਦੇ ਚਸ਼ਮ ਦੀਦੰਗ ਫਨਾਏ। ਚਸ਼ਮ ਦੀਦੰਗ, ਦੀਦ ਹੁੰਦਾ ਹੈ ਅੱਖਾਂ, ਦੀਦੇ। ਚਸ਼ਮ ਕਰਨਾ ਹੁੰਦਾ ਹੈ ਦੇਖਣਾ, ਚਸ਼ਮ ਦਾ ਮਤਲਬ ਹੈ ਦੇਖਣਾ। ਤੇ ਹਜ਼ੂਰ ਕਹਿੰਦੇ ਜੋ ਇਹਨਾਂ ਦੀਦਿਆਂ ਨਾਲ, ਅੱਖਾਂ ਨਾਲ ਤੂੰ ਦੇਖਦਾ ਹੈ, ਅਸਲ ਵਿੱਚ ਦਿਸਦਾ ਹੋਇਆ ਜੋ ਕੁਝ ਵੀ ਹੈ ਇਹ ਫਨਾ ਹੋ ਜਾਣ ਵਾਲਾ ਹੈ, ਕਿਉਂਕਿ ਜਗ ਰਚਨਾ ਸਭ ਝੂਠ ਹੈ। ਜਾਨ ਲਿਹੋਰੇ ਮੀਤ, ਕਹਿ ਨਾਨਕ ਥਿਰ ਨਾ ਰਹਿ, ਜੋ ਬਾਲੂ ਕੀ ਭੀਤ। ਸੋ ਬਾਹਰਮੁਖੀ ਦਰਸ਼ਨ ਉਦੋਂ ਤੱਕ ਗੁਰੂ ਸਾਹਿਬਾਨ ਦੇ ਕੀਤੇ ਜਦੋਂ ਤੱਕ ਸਰੀਰ ਵਿੱਚ ਗੁਰੂ ਜੋਤ ਪ੍ਰਗਟ ਸੀ। ਇਤਿਹਾਸਕ ਹਵਾਲੇ ਵੀ ਨੇ, ਕਿਉਂਕਿ ਇੱਥੇ ਬਚਨ ਆਇਆ ਹਰ ਪੇਖਨ ਕੋ ਸਿਮਰਤ ਮਨ ਮੇਰਾ। ਸਾਡਾ ਸਵਾਲ ਖੜਾ ਹੋਏਗਾ, ਅਸੀਂ ਕਿਵੇਂ ਦੇਖਣੇ ਆ, ਅਸੀਂ ਕਿਵੇਂ ਪੇਖਣਾ ਹੈ, ਅਸੀਂ ਕਿਵੇਂ ਦੀਦਾਰ ਕਰਨੇ ਹੈ, ਕਿਉਂਕਿ ਗੁਰੂ ਤੇ ਜੋਤ ਰੂਪ ਹੈ, ਗੁਰੂ ਤੇ ਗਿਆਨ ਰੂਪ ਹੈ। ਤਾਂ ਕਰਕੇ ਇਸ ਗੱਲ ਨੂੰ ਸਮਝਣਾ ਹੈ ਕਿ ਜਿਹੜੇ ਬਾਹਰਮੁਖੀ ਦਿਖਾਈ ਦੇਣ ਵਾਲੇ ਦਰਸ਼ਨ ਨੇ, ਇਹ ਸਦੀਵ ਹੋਂਦ ਵਾਲੇ ਨਹੀਂ। ਇਤਿਹਾਸਕ ਹਵਾਲਾ ਹੈ, ਸੂਰਜ ਪ੍ਰਕਾਸ਼ ਦੇ ਵਿੱਚ ਆਪਾਂ ਪੜ੍ਹ ਸਕਦੇ ਹਾਂ। ਇੱਕ ਵਾਰੀ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਮਹਾਰਾਜ ਨਾਲ ਵਾਰਤਾ ਕਰਦੇ ਹਾਂ, ਸਵਾਲ ਰੱਖਿਆ, ਪਾਤਸ਼ਾਹ ਜਿਹੜੀਆਂ ਸੰਗਤਾਂ ਆਪ ਜੀ ਦੇ ਦਰਸ਼ਨ ਪਰਸਨ ਵਾਸਤੇ ਆਉਂਦੀਆਂ, ਉਹਨਾਂ ਸੰਗਤਾਂ ਦੇ ਮਨ ਅੰਦਰ, ਉਹਨਾਂ ਸੰਗਤਾਂ ਦੇ ਚਿੱਤ ਵਿੱਚ ਇੱਕ ਖਿਆਲ ਜਾਗਦਾ ਹੈ ਕਿ ਅਸੀਂ ਆਪਣੇ ਗੁਰੂ ਦੇ ਰੋਜ਼ ਦਰਸ਼ਨ ਕਰੀਏ, ਤੇ ਰੋਜ਼ ਤੇ ਇਹ ਹੋ ਨਹੀਂ ਸਕਣਾ। ਅੱਜ ਕੱਲ੍ਹ ਵਰਗੇ ਸਾਧਨ ਨਹੀਂ ਹਨ। ਅੱਜ ਆਪਾਂ ਵੇਖਦੇ ਹਾਂ ਨਾ, ਅੱਜ ਵੀ ਅਸੀਂ ਕਿਸੇ ਖਾਸ ਸਥਾਨ 'ਤੇ ਦਰਸ਼ਨ ਕਰਨ ਜਾਣੇ, ਸਾਨੂੰ ਜਾਣਾ ਪੈਂਦਾ ਹੈ। ਇਤਨੇ ਜ਼ਿਆਦਾ ਅਗਾ ਵਧੂ ਸਾਧਨ ਹੋਣ ਦੇ ਬਾਵਜੂਦ ਵੀ ਰੋਜ਼ ਉਹ ਦਰਸ਼ਨ ਕਰਨੇ ਔਖੇ ਹੈ। ਤੇ ਉਦੋਂ ਤੇ ਅੱਜ ਕੱਲ੍ਹ ਵਰਗੇ ਸਾਧਨ ਨਹੀਂ ਸਨ। ਤੇ ਬਾਬਾ ਬੁੱਢਾ ਸਾਹਿਬ ਦੇ ਸਵਾਲ ਦਾ ਜਵਾਬ ਦਿੰਦੇ ਆ, ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਜਿਹੜੇ ਬਚਨ ਕਹੇ ਉਹ ਸੂਰਜ ਪ੍ਰਕਾਸ਼ ਵਿੱਚ ਦਰਜ ਹਨ। ਆਪ ਜੀ ਨੇ ਉੱਥੇ ਜ਼ਿਕਰ ਕੀਤਾ, ਸਤਿਗੁਰੂ ਮਹਾਰਾਜ ਨੇ ਕਹਿਣ ਲੱਗੇ, ਜਿਹੜਾ ਗੁਰੂ ਦਰਸ਼ਨ ਦੀ ਚਾਹ ਰੱਖਦਾ ਹੈ, ਗੁਰ ਸ਼ਬਦ ਚਿੱਤ ਲਾਏ ਪ੍ਰੀਤ, ਉਹ ਗੁਰੂ ਦੇ ਸ਼ਬਦ ਨਾਲ ਚਿੱਤ ਕਰਕੇ ਪ੍ਰੀਤ ਪਾ ਲਵੇ, ਤੇ ਜਦੋਂ ਸ਼ਬਦ ਨੂੰ ਪੜ੍ਹੇਗਾ ਉਦੋਂ ਗੁਰੂ ਦੇ ਦੀਦਾਰ ਹੋਣਗੇ। ਅੱਜ ਤੇ ਸਾਡੇ ਕੋਲ ਪ੍ਰਤੱਖ ਪ੍ਰਮਾਣ ਹੈ, ਗੁਰਮੂਰਤ ਗੁਰ ਸ਼ਬਦ ਹੈ। ਅੱਜ ਵੀ ਸਾਡੇ ਅੰਦਰ ਇਸ ਸ਼ਬਦ ਦੇ ਭਾਵ ਨੂੰ ਲੈ ਕੇ ਇੱਕ ਜਾਗ ਲੱਗਣੀ ਚਾਹੀਦੀ ਹੈ ਕਿ ਹਰ ਪੇਖਨ ਕੋ ਸਿਮਰਤ ਮਨ ਮੇਰਾ। ਹਰੀ ਨੂੰ ਮਿਲਣਾ ਚਾਹੁੰਦਾ ਹੈ ਮੇਰਾ ਮਨ, ਤੇ ਹਰੀ ਤੇ ਪਹਿਲੋਂ ਹੀ ਨਿਰਾਕਾਰ ਹੈ।
ਹਰੀ ਵਾਹਿਗੁਰੂ ਤੇ ਹੈ ਹੀ ਨਿਰੰਕਾਰ ਦੀ ਜਿਹੜੀ ਜੋਤ ਦੀ ਆਪਾਂ ਗੱਲ ਕਰਦੇ ਆ, ਉਹ ਆਕਾਰ ਤੋਂ ਰਹਿਤ ਹੈ। ਮੂਲ ਮੰਤਰ ਪੜ੍ਹਦੇ ਆ, ਅਜੂਨੀ ਪੜ੍ਹਦੇ ਆ, ਕਾਲ ਮੂਰਤ ਪੜ੍ਹਦੇ ਆ, ਫਿਰ ਦਰਸ਼ਨ ਕਿਵੇਂ ਹੋਣਗੇ? ਇਹ ਗੁਰੂ ਨੇ ਦਰਸਾਉਣਾ ਹੈ। ਸਾਡਾ ਗੁਰੂ ਵੀ ਗਿਆਨ ਹੈ ਤੇ ਨਿਰੰਕਾਰ ਦੀ ਜਿਹੜੀ ਹੋਂਦ ਹੈ, ਤਾਕਤ ਹੈ, ਉਹ ਗੁਰੂ ਦੇ ਗਿਆਨ ਦੀ ਬਰਕਤ ਸਦਕਾ ਸਾਨੂੰ ਉਸ ਦੇ ਅਨੁਭਵ ਵਿੱਚ ਗੁਰੂ ਨੇ ਲੈ ਕੇ ਜਾਣਾ ਹੈ। ਫਿਰ ਇਹੀ ਸਵਾਲ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਮੱਖਣ ਸ਼ਾਹ ਲੁਬਾਣਾ ਬਾਬਾ ਬਕਾਲੇ ਵਿਖੇ ਜਾਂਦਾ ਹੈ, ਉਹਨਾਂ ਨੇ ਜਾ ਕੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ। ਤੇ ਜਦੋਂ ਉੱਚੇ ਥਾਂ ਤੇ ਚੜ੍ਹ ਕੇ, ਛੱਤ ਤੇ ਚੜ੍ਹ ਕੇ ਉੱਚੀ ਉੱਚੀ ਆਵਾਜ਼ ਦੇਣੀ ਸ਼ੁਰੂ ਕੀਤੀ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਉਸ ਵੇਲੇ ਗੁਰੂ ਲਾਧੋ ਰੇ ਦਾ ਹੋਕਾ ਦੇਣਾ ਕਿ ਸਰੀਰ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇਖ ਕੇ ਸਮਝ ਆ ਗਈ ਸੀ? ਨਹੀਂ। 22 ਮੰਜੀਦਾਰ ਮੰਜੀਆਂ ਲਾ ਕੇ ਬਾਹਰ ਬੈਠੇ ਹੈ, ਸਾਰੇ ਗੁਰੂ ਕੁਲ ਗੁਰੂ ਪਰਿਵਾਰ ਵਿੱਚੋਂ ਨੇ, ਗੁਰੂ ਵੰਸ਼ ਵਿੱਚੋਂ ਨੇ, ਗੁਰੂ ਕੁਲ ਵਿੱਚੋਂ ਨੇ, ਤੇ ਸਭਨਾਂ ਨੂੰ ਮੱਥਾ ਵੀ ਟੇਕੀ ਜਾਂਦਾ ਹੈ, ਉਹ ਦਮੜੇ ਵੀ ਰੱਖੀ ਜਾਂਦੇ ਹੈ ਤੇ ਸਾਰੇ ਅਸੀਸਾਂ ਵੀ ਦੇਈ ਜਾਂਦੇ ਹੈ। ਉਹਨਾਂ ਨੇ ਤੇ ਉੱਚੀ ਆਵਾਜ਼ ਨਹੀਂ ਦਿੱਤੀ ਗੁਰੂ ਲਾਧੋ ਰੇ। ਜਦੋਂ ਪੁੱਛਣਾ ਕੀਤਾ ਵੀ ਇੱਥੇ ਗੁਰੂ ਕੁਲ ਗੁਰੂ ਪਰਿਵਾਰ ਵਿੱਚੋਂ ਕੋਈ ਹੋਰ ਗੁਰੂ ਵਿਅਕਤੀ ਦਾ, ਗੁਰੂ ਦਾ ਖਾਨਦਾਨੀ ਪਰਿਵਾਰ ਵਾਲਾ ਰਹਿੰਦਾ, ਪਤਾ ਲੱਗਿਆ ਹਾਂ ਤੇਗ ਬਹਾਦਰ ਜੀ, ਤਿਆਗਮਲ ਜੀ ਉਹ ਰਹਿੰਦੇ ਹੈ, ਅੰਦਰ ਨੇ, ਨਗਰ ਦੇ ਵਿੱਚ ਨੇ। ਆਪ ਜੀ ਉੱਥੇ ਪਹੁੰਚਦੇ ਹੈ, ਗੁਰੂ ਦੇ ਦਰਸ਼ਨ ਕਰਦੇ ਹੈ, ਜਿਵੇਂ ਬਾਹਰ ਮੱਥੇ ਟੇਕੇ ਸਨ ਉਹੋ ਜੀ ਕਰਿਆ ਉੱਥੇ ਵੀ ਕੀਤੀ। ਲੇਕਿਨ ਜਦੋਂ ਗੁਰੂ ਨੇ ਵਾਰਤਾ ਕੀਤੀ, ਵਿਚਾਰ ਰੱਖੇ, ਆਪਣੇ ਬੋਲ ਭਾਈ ਮੱਖਣ ਸ਼ਾਹ ਲੁਬਾਣੇ ਦੇ ਕੰਨੀ ਪਾਏ, ਸਮਝ ਆ ਗਈ ਵੀ ਪੂਰਾ ਗੁਰੂ ਇਹ ਹੈ। ਦੇਖਣ ਨਾਲ ਨਹੀਂ ਗੱਲ ਬਣੀ, ਸਮਝ ਆ ਗਈ ਗੁਰੂ ਦੇ ਹੁਕਮ ਨੂੰ, ਬੋਲਾਂ ਨੂੰ ਸੁਣ ਕੇ 1 ਮਿੰਟ ਨਹੀਂ ਲਾਇਆ, ਮੱਥਾ ਟੇਕਦਾ, ਬਹੁਤ ਖੁਸ਼ੀ ਦਾ ਇਜ਼ਹਾਰ ਕਰਦਾ, ਤੇ ਜਿਸ ਕਮਰੇ ਵਿੱਚ ਗੁਰੂ ਪਾਤਸ਼ਾਹ ਬੈਠੇ ਹੋਏ ਨੇ ਉਸ ਦੇ ਉੱਤੇ ਚੜ੍ਹ ਕੇ ਉੱਚੀ ਉੱਚੀ ਰੋਲਾ ਪਾਤਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਦਰਸ਼ਨ ਉਹ ਨੇ, ਗੁਰੂ ਦੇ ਬੋਲ, ਗੁਰੂ ਦਾ ਸ਼ਬਦ, ਗੁਰੂ ਦਾ ਹੁਕਮ ਪੱਲੇ ਪਿਆ, ਪਤਾ ਲੱਗਿਆ ਇਹ ਪੂਰਾ ਗੁਰੂ ਹੈ। ਫਿਰ ਪੂਰਾ ਗੁਰੂ ਹੀ ਪੂਰੇ ਰੱਬ ਦੇ ਦੀਦਾਰ ਕਰਾਉਂਦਾ ਹੈ। ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ, ਮੰਨੈ ਤਰੈ ਤਾਰੇ ਗੁਰ ਸਿੱਖ। ਬਾਬਾ ਨਾਨਕ ਜੀ ਨੇ ਉੱਥੇ ਜੋ ਸਾਨੂੰ ਜੁਗਤ ਸਮਝਾਣਾ ਕੀਤੀ ਵੀ ਰੱਬ ਜਿਹੜਾ ਹੈ, ਅਗਰ ਅਸੀਂ ਉਸ ਨੂੰ ਮਿਲਣਾ ਤੇ ਆਪਣੇ ਆਪ ਨੂੰ ਦੁਨੀਆ ਦੇ ਬੰਧਨ ਜੰਜਾਲ ਤੋਂ ਮੁਕਤ ਕਰਨਾ ਹੈ, ਤੇ ਕਿਵੇਂ ਹੋਵੇਗਾ ਇਹ ਕਾਰਜ? ਇਹ ਕਾਰਜ ਹੋਏਗਾ ਪੂਰੇ ਗੁਰੂ ਨੂੰ ਮਿਲ ਕੇ। ਤੇ ਪੂਰੇ ਗੁਰੂ ਦੀ ਨਾਲ ਇੱਥੇ ਜੁਗਤ ਦਰਸ ਦਿੱਤੀ ਕਿ ਪੂਰਾ ਗੁਰੂ ਕੌਣ ਹੈ? ਜਿਹੜਾ ਰੱਬੀ ਹੁਕਮ ਨੂੰ ਮੰਨ ਕੇ ਆਪ ਤਰਿਆ ਤੇ ਆਪਣੀ ਸਿੱਖਾਂ ਨੂੰ ਤਾਰਦਾ ਹੈ। ਜਦੋਂ ਅਰਥ ਕਰਦੇ ਆ, ਅਰਥ ਇੰਜ ਬਣਦੇ ਹੈ ਕਿ ਮੰਨੈ ਤਰੈ ਤਾਰੇ ਗੁਰ ਸਿੱਖ ਦਾ ਭਾਵ ਸਮਝਣਾ ਕਿ ਮੰਨ ਕੇ ਗੁਰੂ ਤਰਦਾ ਤੇ ਸਿੱਖਾਂ ਨੂੰ ਤਾਰਦਾ। ਮੰਨੈ ਤਰੈ ਗੁਰ ਤੇ ਤਾਰੇ ਸਿੱਖ, ਭਾਵ ਇਹ ਹੈ ਵੀ ਮੰਨ ਕੇ ਤਰ ਗਿਆ ਤੇ ਆਪਣੇ ਸਿੱਖਾਂ ਨੂੰ ਤਾਰ ਗਿਆ। ਸੋ ਹਰੀ ਨਾਲ ਜੋੜ, ਹਰੀ ਨਾਲ ਮਿਲਾਪ, ਇਹ ਗੁਰੂ ਨੇ ਕਰਾਉਣਾ ਹੈ। ਉਸ ਤੱਕ ਪਹੁੰਚਣ ਲਈ ਪਹਿਲਾਂ ਗੁਰੂ ਹੈ, ਫਿਰ ਗੁਰੂ ਦੀ ਬਰਕਤ ਨਾਲ ਸੱਚੇ ਦੇ ਦੀਦਾਰ ਨੇ। ਜਦੋਂ ਮੱਖਣ ਸ਼ਾਹ ਲੁਬਾਣਾ ਜੀ ਕਾਫੀ ਲੰਮਾ ਸਮਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸੇਵਾ ਵਿੱਚ ਹਾਜ਼ਰ ਰਹੇ, ਜਦੋਂ ਘਰ ਪਰਤਣ ਲੱਗੇ ਉੱਥੇ ਵੀ ਸਵਾਲ ਇਹੀ ਸੀ, ਸੱਚੇ ਪਾਤਸ਼ਾਹ ਚਿੱਤ ਨਹੀਂ ਕਰਦਾ ਮੇਰਾ ਜਾਣ ਨੂੰ, ਪਰ ਬਾਬਾ ਨਾਨਕ ਦਾ ਹੁਕਮ ਹੈ ਕਿਰਤ ਕਰਨੀ ਹੈ ਤੇ ਮੈਨੂੰ ਕਿਰਤ ਬਖਸ਼ਿਸ਼ ਹੋਈ ਹੈ, ਆਪ ਜੀ ਦੀ ਕਿਰਪਾ ਸਦਕਾ ਮੈਂ ਉਹ ਵੀ ਨਿਭਾਉਣੀ ਹੈ, ਤੇ ਮੈਂ ਵਾਪਸ ਪਰਤਣ ਲੱਗਾ ਪਰ ਚਿੱਤ ਨਹੀਂ ਕਰਦਾ, ਦਰਸ਼ਨਾਂ ਦੀ ਤੜਫ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਇੱਕੋ ਗੱਲ ਆਖੀ ਸੀ, ਮੱਖਣ ਸ਼ਾਹ ਅਗਰ ਬਾਬੇ ਦੇ ਦਰਸ਼ਨਾਂ ਦੀ ਤੜਫ ਜਾਗੇ ਨਾ, ਗੁਰੂ ਨਾਨਕ ਦੇ ਹੁਕਮ ਦੀ ਜਿਤਨੀ ਘਾਲ ਕਮਾਈ ਕਰਨੀ ਚਾਹੁੰਦਾ ਹੈ, ਤੇ ਉਸ ਵਿੱਚ ਇੱਕ ਗੱਲ ਚੇਤੇ ਰੱਖੀ, ਬਾਬੇ ਦੇ ਸ਼ਬਦ ਨੂੰ ਨਾ ਵਿਸਾਰੀ। ਜਦੋਂ ਸ਼ਬਦ ਪੜ੍ਹੇਗਾ ਉੱਥੇ ਬਾਬਾ ਨਾਨਕ ਤੇ ਉੱਥੇ ਨਿਰੰਕਾਰ ਦੀ ਹਜ਼ੂਰੀ ਤੈਨੂੰ ਪ੍ਰਤੱਖ ਦਿਖਾਈ ਦੇਗੀ। ਸੋ ਇਹ ਅਰਦਾਸ ਅੱਜ ਆਪਾਂ ਵੀ ਕਰਨੀ ਹੈ, ਇਹ ਤੜਫ ਲੈ ਕੇ ਅਰਦਾਸ ਕਰੀਏ, ਹਰ ਪੇਖਨ ਕੋ ਸਿਮਰਤ ਮਨ ਮੇਰਾ, ਦਰਸ
ਤੇਰੇ ਕੀ ਪਿਆਸ ਮਨ ਲਾਗੀ, ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੈ ਅੰਦਰ। ਦਰਸ਼ਨ ਮੰਗੋ ਦੇ ਪਿਆਰੇ, ਹੇ ਵਾਹਿਗੁਰੂ ਤੇਰੇ ਦਰਸ਼ਨਾਂ ਦੀ ਅੰਦਰ ਖਿੱਚ ਪੈਦਾ ਹੋਈ ਹੈ। ਇਹ ਕਿੱਥੇ ਬੇਨਤੀ ਕਰਦੇ ਹਾਂ ਅਸੀਂ ਲੋਕ ਸਮੇਤ ਮੇਰੇ, ਸਾਨੂੰ ਬਾਬਾ ਰੱਬ ਗੁਰੂ ਉਦੋਂ ਚੇਤੇ ਆਉਂਦਾ ਹੈ ਜਦੋਂ ਕੋਈ ਜ਼ਰੂਰਤ ਬਣਦੀ ਹੈ। ਜਦਕਿ ਗੁਰੂ ਨਾਨਕ ਦਾਤੇ ਦਾ ਰੋਜ਼ ਇੱਕ ਬਚਨ ਆਪਾਂ ਰਹਿਰਾਸ ਸਾਹਿਬ ਵਿੱਚ ਰੋਜ਼ ਪੜ੍ਹਦੇ ਹਾਂ, ਸੁਣ ਵੱਡਾ ਆਖੇ ਸਭ ਕੋਏ। ਸੁਣ ਕੇ ਉੱਥੇ ਪਾਠ ਕਰਦੇ ਹਾਂ, ਦਰਸ਼ਨ ਕਰਿਓ ਬਾਣੀ ਦੀ ਲਿਖਤ ਦੇ, ਡਾਣੇ ਨੂੰ ਸਿਹਾਰੀ ਪਈ ਹੈ। ਰੁਕਣਾ, ਸੁਣ ਕੇ ਵੱਡਾ ਆਖੇ ਸਭ ਕੋਏ। ਹਰ ਕੋਈ ਵੱਡਾ ਵੱਡਾ ਆਖਦਾ ਹੈ ਸੁਣ ਕੇ। ਪਰ ਅਗਲੀ ਗੱਲ ਬਾਬਾ ਨਾਨਕ ਜੀ ਕਹਿੰਦੇ ਕੇਵੜ ਵੱਡਾ ਡੀਠਾ ਹੋਏ। ਉਹ ਹੈ ਕਿਤਨਾ ਵੱਡਾ ਇਹ ਤੇ ਦੇਖਿਆ ਪਤਾ ਲੱਗਣਾ ਹੈ। ਤੇ ਦਰਸ਼ਨ ਬਾਹਰਲੇ ਪ੍ਰਵਾਨ ਕੋਈ ਨਹੀਂ, ਬਾਹਰਲੇ ਦਰਸ਼ਨਾਂ ਦੀ ਕਪਣੀ ਪਾਇਆ, ਆਪਣਾ ਇੱਕ ਉਸ ਦਾ ਇੱਕ ਪੌੜੀ ਹੈ, ਚੜ ਗਏ ਆ ਇੱਕ। ਲੇਕਿਨ ਮੁਕਾਮ ਜਿਹੜਾ ਸਿਖਰ ਤੇ ਜਾਣਾ ਉਹ ਹੈ ਗੁਰੂ ਦੇ ਗਿਆਨ ਨੂੰ ਕਮਾ ਕੇ ਨਿਰੰਕਾਰ ਨੂੰ ਜ਼ਰਰੇ ਜ਼ਰਰੇ ਵਿੱਚ ਮਹਿਸੂਸ ਕਰਨਾ। ਤੇ ਜਿਸ ਦਿਨ ਇਹ ਮਹਿਸੂਸ ਹੋਏਗਾ ਉਸ ਦਿਨ ਫਿਰ ਸਮਝਣਾ ਵੀ ਪਤਾ ਲੱਗ ਜਾਂਦਾ ਹੈ ਕਿ ਇਹ ਮੇਰੇ ਵਾਹਿਗੁਰੂ ਮੈਂ ਤੇਰੀ ਕਿਹੜੀ ਗੱਲ ਆਖਾਂ, ਮੈਂ ਤੇਰਾ ਕਿਹੜਾ ਰੂਪ ਆਖਾਂ। ਆ ਹੁਣੇ ਗੁਰੂ ਕੇ ਕੀਰਤਨੀਆਂ ਨੇ ਅਖੀਰ ਵਿੱਚ ਪੌੜੀ ਗਾਇਨ ਕੀਤੀ ਕਿ ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਏ। ਸਭ ਕੁਝ ਦੇ ਰਿਹਾ ਹੈ, ਕੀੜਿਆਂ ਨੂੰ ਵੀ ਦਿੰਦਾ, ਹਾਥੀ ਨੂੰ ਵੀ ਦਿੰਦਾ, ਪਾਣੀ 'ਚ ਵੀ ਜੀਵ ਨੇ ਉਹਨਾਂ ਨੂੰ ਵੀ ਦਿੰਦਾ, ਧਰਤੀ ਤੇ ਜੀਵ ਨੇ ਉਹਨਾਂ ਨੂੰ ਵੀ ਦੇਈ ਜਾਂਦਾ। ਆਨੰਦ ਸਾਹਿਬ ਨਿਤਨੇਮ ਵਿੱਚ ਆਪਾਂ ਸਰਵਣ ਕਰਦੇ ਹਾਂ, ਪਾਠ ਕਰਦੇ ਹਾਂ ਕਿ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ ਹੈ। ਮਨੋ ਕਿਉਂ ਵਿਸਾਰੀ ਹੈ, ਏਵੜ ਦਾਤਾ ਜੇ ਅਗਨ ਮੈਂ ਆਹਰ ਪਹੁੰਚਾਵੇ। ਐਸਾ ਸਮਰੱਥ ਜਦੋਂ ਉਸ ਦੇ ਗੁਣ ਸਮਝ ਆ ਗਏ, ਜਦੋਂ ਉਸ ਮਾਲਕ ਦੀ ਵਡਿਆਈ ਸਮਝ ਆ ਗਈ, ਫਿਰ ਨਜ਼ਰ ਆਉਂਦਾ ਵੀ ਉਹ ਤੇ ਹੈ ਹੀ ਬੇਅੰਤ ਹੈ। ਫਿਰ ਉਸ ਦੀ ਇਬਾਦਤ ਵਿੱਚ ਸਾਡਾ ਮਨ ਜੁੜੇਗਾ। ਜਿਹੜੇ ਬੋਲ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਹਰ ਪੇਖਨ ਕੋ ਸਿਮਰਤ ਮਨ ਮੇਰਾ, ਆਸ ਪਿਆਸੀ ਚਿਤਮੋ ਦਿਨ ਰਹਿਣੀ ਹੈ, ਕੋਈ ਸੰਤ ਮਿਲਾਵੇ ਨੇਰਾ ਰਹਾਉ। ਨੇਰਾ ਦਾ ਅਰਥ ਹੈ ਨੇੜੇ, ਸੰਤ ਦਾ ਅਰਥ ਹੈ ਗੁਰੂ। ਮੈਂ ਦਰਸ਼ਨਾਂ ਦੀ ਆਸ ਲੈ ਕੇ, ਦਰਸ਼ਨਾਂ ਦੀ ਪਿਆਸ ਲੈ ਕੇ ਦਿਨ ਰਾਤ ਚਿਤਵਦੀਆਂ, ਲੋਚਦੀਆਂ, ਮੰਗ ਕਰਦੀਆਂ। ਤੇ ਉਹ ਮੰਗ ਪਤਾ ਕਿਹੋ ਜਿਹੀ ਹੈ, ਉਹ ਵੀ ਬਚਨ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪੈ ਆਪ ਵਿਚਾਈ। ਕਿਸ ਲਈ? ਦਰਸ਼ਨ ਹਰ ਦੇਖਣ ਕੈ ਤਾਈ। ਉਸ ਵਾਹਿਗੁਰੂ ਦੇ ਦਰਸ਼ਨ ਕਰਨ ਖਾਤਰ, ਉਸ ਵਾਹਿਗੁਰੂ ਦੇ ਦੀਦਾਰ ਪਰਛਣ ਵਾਸਤੇ, ਉਸ ਵਾਹਿਗੁਰੂ ਨੂੰ ਮਹਿਸੂਸ ਕਰਨ ਵਾਸਤੇ। ਕਿਉਂਕਿ ਉਹ ਅਕਾਲ ਮੂਰਤ ਹੈ, ਉਹ ਆਕਾਰ ਵਿੱਚ ਨਹੀਂ ਹੈ, ਉਹ ਕਿਸੇ ਜੂਨ ਵਿੱਚ ਨਹੀਂ ਆਇਆ। ਇਸ ਕਰਕੇ ਫਿਰ ਜਦੋਂ ਇਹ ਅਰਦਾਸ ਕੀਤੀ ਤੇ ਮੇਰੇ ਮਾਲਕ ਨੇ ਕਿਰਪਾ ਕੀਤੀ, ਗੁਰੂ ਮਿਲਾਇਆ। ਗੁਰੂ ਦੀ ਬਰਕਤ ਨਾਲ ਇਹ ਗਿਆਨ ਪ੍ਰਾਪਤ ਹੋ ਗਿਆ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਹਿ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਕਿਰਪਾ, ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼ ਇਹ ਗੱਲ ਪ੍ਰਗਟ ਕਰਦਾ ਮਨੁੱਖ ਦੇ ਅੰਦਰ ਕਿ ਅਕਾਲ ਪੁਰਖ ਵਾਹਿਗੁਰੂ ਸਭਨਾਂ ਵਿੱਚ ਮੌਜੂਦ ਹੈ। ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਉਹ ਬੋਲੇ ਰੇ। ਫਿਰ ਸਮਝ ਆ ਜਾਂਦੀ ਹੈ, ਪੜ੍ਹਦੇ ਆਪਾਂ ਸਾਰੇ ਹੀ ਹਾਂ, ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਫਿਰ ਦਰਸ਼ਨ ਦੀ ਗੱਲ ਹੈ, ਊਹਾਂ ਤੋਂ ਜਾਈਏ ਜੋ ਈਹਾਂ ਨਾ ਹੋਏ। ਇਹ ਗੱਲਾਂ ਗੁਰੂ ਨੇ ਸਮਝਾਉਣੀਆਂ ਸਾਨੂੰ। ਇਹ ਗੱਲ ਬਾਣੀ ਦੇ ਰਾਹੀਂ, ਗੁਰੂ ਦੇ ਉਪਦੇਸ਼ ਦੇ ਰਾਹੀਂ ਪਤਾ ਲੱਗਣੀ ਹੈ। ਥਾਨ ਥਾਨ ਅੰਤਰ ਸਭ ਨਹੀਂ ਜਾਈ, ਫਿਰ ਤੇ ਅਵਸਥਾ ਬਣੇਗੀ। ਜਿਹੜਾ ਹੁਕਮ ਆਪਾਂ ਬਹੁਤ ਵਾਰੀ ਗੁਰੂ ਦਾ ਸੁਣਦੇ ਹਾਂ ਕਿ ਜਹ ਜਹ ਪੇਖੋ ਤਹ ਹਜ਼ੂਰ, ਦੂਰ ਕਤੂ ਨਾ ਜਾਈ।
फिर जो शय दिखाई दे रही है, सच्चे पातशाह निर्गुण भी तू है, सरगुण भी तू है। हाँ, इस गल की समझ आ जाती है कि तेरे तो बिना ये शय चल नहीं सकती, इस करके इस दे विच अदृष्ट रूप तुसी आप बैठे हो, जिस नूं रोज सोहला साहब विच पढ़ते हैं, सहस तव नैन नन नैन है तोहे को, सहस मूरत नना एक तो ही। हे सच्चे पातशाह सारियां अखां तेरियां ने, अदृष्ट होए जदों निर्गुण होया तो कुछ भी तेरा नहीं। सरगुण निर्गुण निरंकार सुन समाधि आप, तू सरगुण भी है, तू निर्गुण भी है। फिर समझ आई है जल थल मैयल पूरिया, स्वामी सिरजनहार अनिक भांत होए पसरिया, नानक एक अंकार। ते दर्शन का भाव ही गुरु प्यारिओ ये हुंदा है कि उसकी होंद नूं महसूस करना, और जदों उसका एहसास होएगा, जदों उसके दर्शन, उसकी होंद, उसके वजूद बरकत की सोझी होवेगी, फिर बंदा कदे भी माड़ा नहीं करता, क्योंकि उसनूं गुरबाणी ने, गुरु के शब्द ने, गुरु के ज्ञान ने इस गल की प्रेरणा बख्श देनी है। ਜਿਹੜੇ ਬੋਲ ਆਪਾਂ ਬਾਬਾ ਫਰੀਦ ਸਾਹਿਬ ਦੇ ਪੜ੍ਹਦੇ ਹਾਂ, ਧੰਨ ਗੁਰੂ ਅਰਜਨ ਸਾਹਿਬ ਜੀ ਦੀ ਰਚਨਾ ਹੈ, ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਵੀ ਬਚਨ ਨੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। खाली ऐसा नहीं कि गुरुद्वारा साहब की बाउंडरी आ गई, आप बंगला साहब चले हाँ, अंदर आए, पार्किंग विच गड्डी पार्क की, तो जदों जोड़े जमा कर ले फिर सिर भी कज लेने, निंदा चुगली भी बंद कर छड्डदे आ, चलो जी हुण गुरुद्वारा आ गया। क्यों? इस बाउंडरी विच ही बाबा है। बाबे नानक ने इसे तो बाहर कढ़िया सी। जे मक्के विच ही बाबा नानक जी मनदे भी खुदा वसदा है, तो फिर वो सानू ये गल ना आखदे कि हे भाई असी तो साखी सुन ली पिछले दिनों में कि बाबे ने फिरिया मक्का कला दिखाई, पर बाबे ने वो कला ये दिखाई सी कि साडे हिरदियां विच एहसास करा दिता कि जिहड़ा खुदा है, जिहड़ा रब है, जिहड़ा वाहिगुरू है, वो सबना थावां ते हर वक्त मौजूद रहिंदा है। ते साडा गुरुद्वारे आउण दा, साडा गुरु नूं नतमस्तक होण दा, साडा बैठ के बाणी पढ़न सुनन दा पाए दा तां है, लाभ तां है जे असी एहसास करिए कि थान ते थान अंतर। भई बंगला साहब अंदर आ, बड़ी शांति नाल आ, बाहर निकले ओही निंदा चुगली माड़ा चंगा, कोई गुरु दा रब दा भै नहीं रहिंदा। उस तो बाहर जाके फिर जदों किते नेड़े जांदे आ, रकाबगंज साहब पहुँच गए, चुप कर जो जी फिर करांगे दोबारा। असी ते ये सोचिया भी इन्हां थावां ते बाबा है, रब है, गुरु है। नहीं, जिस गुरु नूं मत्था टेकदे पए आ उस गुरु दा हुक्म है थान ते थान अंतर। स्पष्ट है, जिहड़े खास थान ने, स्थान ने, ते थान अंतर इन्हां दे विचकार भी वो आप ही बैठा होया है। जलथल मैयल पूरे दा क्या मतलब? यही है ना, ताही गुरु तेग बहादुर बापू जी ने बचन कहे, काहे रे बन खोजन जाई। लोगों ने कहा जंगलों 'च बैठो समाधि लाओ, उत्थे सौखा मिलता है। तो पातशाह कहते ने नहीं, सरब निवासी सदा अलेपा तो ही संग समाई। वो सरब निवासी है, सदा निर्लेप है पदार्थों तो, मोह माया तो, ते तेरे नाल समाया वसिया होया है। फिर सवाल किया, सच्चे पातशाह दिखाई नहीं दिंदा? ते गुरु पिता ने एक बड़ी प्यारी उदाहरण दी है, बहुत सोहनी उदाहरण है। आ फुल्लां दी उदाहरण दी पातशाह ने, कहते पूप मध जो बास बसत है। फुल दे विच सुगंधी है, कोई दस सकदा है भी गुलाब दे फुल दी सुगंधी दा रंग कैसा है, गेंदे दे फुल विच की है, कमल दे फुल विच रंग कैसा है सुगंधी दा? नहीं, सुगंधी नूं देखिया नहीं जांदा, सुगंधी नूं महसूस किया जाता है। ते सतगुरु ने समझाया, पूप मध जो बास बसत है, मुकर माहे जैसे छाई, शीशे विच परछावां पकड़िया नहीं जाता, तैसे ही हर बसै निरंतर, घट ही खोजो भाई। ये जिहड़ी दर्शन की तड़फ है ना कि मैं देखना चाहुंदा प्रीतम नूं, ते गुरु ने यह भेद दिता। ते सतगुरु कहंदे ने, मैनू भी कोई ऐसा गुरु संत मिले
ਮੈਂ ਵੀ ਉਸ ਦੇ ਗਿਆਨ ਦੀ ਬਰਕਤ, ਉਸ ਦੇ ਹੁਕਮ ਦੀ ਕਮਾਈ ਕਰਕੇ ਉਸ ਪ੍ਰੀਤਮ ਦੇ ਦੀਦਾਰ ਪਾਵਾਂ। ਹੁਣ ਸਾਡੇ ਲਈ ਤੇ ਬੜਾ ਹੀ ਸੌਖਾ ਹੋ ਗਿਆ, ਇਤਨੀ ਬਾਣੀ ਹੈ, ਇਤਨੇ ਸਾਰੇ ਗਿਆਨ ਦਾ ਭੰਡਾਰ ਹੈ, ਅਖੰਡ ਪਾਠ ਵੀ ਬੜੇ ਹੋ ਰਹੇ ਹੈ, ਗਿਣਤੀ ਕਰਕੇ ਆਪਾਂ ਵੀ ਬੜੇ ਸੁਖਮਨੀ ਸਾਹਿਬ ਦੇ ਪਾਠ ਕਰਦੇ ਹਾਂ, ਪੰਜ ਕਰ ਰਹੇ ਹਾਂ, ਜਪਜੀ ਸਾਹਿਬ ਦੇ 11 ਪਾਠ ਕਰਦੇ ਹਾਂ। ਪਰ 11 ਪਾਠ ਕਰਨ ਵਾਲੇ ਨੂੰ ਪੁੱਛੋ ਭਲਿਆ ਨਿਰਭਉ ਕੀ ਹੁੰਦਾ ਹੈ? ਰੱਬ ਦੇ ਵਿੱਚ ਗੁਣ ਹੈ ਨਿਰਭਉ, ਰੱਬ ਦੇ ਵਿੱਚ ਗੁਣ ਹੈ ਨਿਰਵੈਰ। ਲੇਕਿਨ ਸਾਡੇ ਵਿੱਚ ਨਾ ਨਿਰਵੈਰਤਾ ਆਈ, ਨਾ ਨਿਡਰਤਾ ਪੈਦਾ ਹੋਈ, ਤੇ ਇਸ ਦਾ ਮਤਲਬ ਅਸੀਂ ਅਜੇ ਦੇਖਿਆ ਨਹੀਂ। ਗੁਰੂ ਇਹ ਭੇਦ ਦਿੰਦਾ ਵੀ ਜੋ ਰੱਬ ਜੀ ਦੇ ਗੁਣ ਨੇ ਜਦੋਂ ਤੈਨੂੰ ਸਮਝ ਆਣਗੇ ਫਿਰ ਬੜਾ ਸੌਖਾ ਹੋ ਜਾਏਗਾ ਉਸ ਨੂੰ ਦੇਖਣਾ। ਇੱਕੋ ਜੀ ਸਾਂਝ ਹੋਏਗੀ ਗੁਣਾਂ ਦੀ ਤੇ ਆਪਸ ਵਿੱਚ ਤੇਰਾ ਤਾਲਮੇਲ ਬਣ ਜਾਏਗਾ। ਤਾਂ ਕਰਕੇ ਹੈ ਆਸ ਪਿਆਸੀ ਚਿਤਵੋਂ ਦਿਨ ਰਹਿਣੀ, ਹੈ ਕੋਈ ਸੰਤ ਮਿਲਾਵੈ ਨੇਰਾ। ਨੇਰਾ ਦਾ ਅਰਥ ਨੇੜੇ ਕੋਈ ਮਿਲਾ ਦੇਵੇ, ਤੇ ਮਿਲਾਏਗਾ ਕੌਣ? ਗੁਰੂ। ਬਾਬਾ ਫਰੀਦ ਸਾਹਿਬ ਦੀ ਗੱਲ ਕਰੇ ਅਸਾਂ, ਉਹਨਾਂ ਨੇ ਵੀ ਕਿਹਾ ਫਰੀਦਾ ਜੰਗਲ ਜੰਗਲ ਕਿਆ ਭਵੈ, ਵਨ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਰੱਬ ਤੇ ਤੇਰੇ ਅੰਦਰ ਵਸਦਾ ਹੈ, ਤੂੰ ਜੰਗਲਾਂ 'ਚ ਕਿੱਥੇ ਲੱਭਦਾ ਫਿਰਦਾ? ਇਹ ਭੇਦ ਗੁਰੂ ਦੇ ਰਿਹਾ ਹੈ। ਇਹ ਹੈ ਗੁਰੂ ਦਾ ਗਿਆਨ, ਇਹ ਹੈ ਗੁਰੂ ਮਹਾਰਾਜ ਜੀ ਦੀ ਜੁਗਤ। ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਭਾਈ ਮੱਖਣ ਸ਼ਾਹ ਨੂੰ ਇਹੀ ਉਪਦੇਸ਼ ਦੇ ਕੇ ਤੋਰਿਆ ਕਿ ਬਾਬੇ ਨਾਨਕ ਦੇ ਕਲਾਮ ਨੂੰ ਪੜ੍ਹਨਾ ਸ਼ੁਰੂ ਕਰੋ, ਗੁਰੂ ਨਾਨਕ ਦੇ ਗਿਆਨ ਨੂੰ ਪੜ੍ਹੋ, ਅੰਮ੍ਰਿਤ ਬਾਣੀ ਨੂੰ ਪੜ੍ਹੋ, ਜਿਸ ਦੀ ਬਰਕਤ ਨਾਲ ਰੱਬ ਤੇ ਗੁਰੂ ਸਦਾ ਤੈਨੂੰ ਅੰਗ ਸੰਗ ਨਜ਼ਰ ਆਏਗਾ। ਅਗਲੇ ਬੰਦ ਵਿੱਚ ਫਿਰ ਕਿਰਪਾ ਕਰਦੇ ਕਹਿੰਦੇ ਜਿਹੜੇ ਗੁਰੂ ਦੀ ਕਿਰਪਾ ਨਾਲ ਮੈਨੂੰ ਮੇਰੇ ਪ੍ਰੀਤਮ ਦੀ ਸਮਝ ਆਈ, ਉਸ ਦੇ ਦੀਦਾਰ ਪਰਸਣ ਜੋਗ ਮੈਂ ਬਣਿਆ। ਸੇਵਾ ਕਰੂੰ ਦਾਸ ਦਾਸਨ ਕੀ, ਅਨਿਕ ਭਾਂਤ ਤਿਸ ਕਰੂੰ ਨਿਹੋਰਾ। ਸੇਵਾ ਕਰੂੰ, ਮੈਂ ਗੁਰੂ ਦੀ ਨਹੀਂ, ਮੈਂ ਮਾਲਕ ਪ੍ਰੀਤਮ ਦੀ ਨਹੀਂ, ਉਸ ਦੇ ਦਾਸਾਂ ਦੀ ਵੀ ਸੇਵਾ ਵਿੱਚ ਜੁੜ ਜਾਵਾਂ। ਕਿਉਂਕਿ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਕਿੱਡਾ ਪਿਆਰਾ ਰਿਸ਼ਤਾ ਹੈ। ਕੋਈ ਮੇਰੇ ਪ੍ਰੀਤਮ ਦੀ ਗੱਲ ਕਰੇ, ਮੰਗ ਖਿਮਾ ਕਰਿਓ, ਮੈਂ ਮਾਫੀ ਮੰਗ ਕੇ ਅਰਜ਼ ਕਰਨ ਲੱਗਾ। ਕਿਉਂਕਿ ਸਾਡੇ ਵਿੱਚ ਅੱਜ ਗੁਰੂ ਦੇ ਸੱਚੇ ਹੁਕਮ ਨੂੰ ਸੁਣਨ ਦਾ ਮਾਦਾ ਨਹੀਂ ਰਿਹਾ। ਬਾਬਾ ਨਾਨਕ ਜੀ ਮੱਕੇ ਵਿੱਚ ਉਪਦੇਸ਼ ਕਰਦੇ ਆ, ਬਾਬਾ ਨਾਨਕ ਜੀ ਹਰਿਦੁਆਰ ਉਪਦੇਸ਼ ਕਰਦੇ ਆ, ਬਾਬਾ ਨਾਨਕ ਜੀ ਜਗਨਨਾਥਪੁਰੀ ਉਪਦੇਸ਼ ਕਰਦੇ ਆ, ਬਾਬਾ ਨਾਨਕ ਜੀ ਕੁਰੂਕਸ਼ੇਤਰ ਉਪਦੇਸ਼ ਕਰਦੇ ਆ। ਧਾਰਮਿਕ ਸਥਾਨਾਂ ਦੀ ਗੱਲ ਕਰੀਏ, ਸਤਿਗੁਰੂ ਬਾਬਾ ਨਾਨਕ ਜੀ ਸੁਮੇਰ ਤੇ ਜਾ ਕੇ ਸਿੱਧਾਂ ਦੀ ਪੂਰੀ ਜੁੰਡਲੀ ਨੂੰ ਮੰਡਲੀ ਨੂੰ ਉਪਦੇਸ਼ ਕਰਦੇ ਆ, ਜਗਾ ਦਿੰਦੇ ਆ, ਤਰਕ ਕਰਦੇ ਆ। ਪਰ ਜੇ ਅੱਜ ਦੇਖਿਆ ਜਾਵੇ ਵੀ ਪੁੱਛੋ ਬਾਬਾ ਨਾਨਕ ਜੀ ਅਸੀਂ ਆਪ ਜੀ ਨੂੰ ਸੁਣਨ ਵਾਸਤੇ ਆਏ ਹਾਂ, ਤੇ ਮਾਫੀ ਮੈਂ ਤਾਂ ਮੰਗੀ ਹੈ ਵੀ ਅਗਰ ਅੱਜ ਬਾਬਾ ਨਾਨਕ ਨੂੰ ਅਸੀਂ ਬੋਲਣ ਨਹੀਂ ਦਿੰਦੇ ਤੇ ਗੁਰੂ ਘਰ ਵਿੱਚ ਹੀ ਨਹੀਂ ਬੋਲਣ ਦਿੰਦੇ। ਸਤਿਗੁਰੂ ਗੁਰੂ ਨਾਨਕ ਦਾ ਸੱਚਾ ਗਿਆਨ ਕਿਤੇ ਤੁਸੀਂ ਬੋਲੋ, ਕੋਈ ਭਾਈ ਸਾਹਿਬ ਹੀ ਬੋਲ ਜਾਣ। ਵੈਸੇ ਮੰਗ ਕੀ ਹੈ ਰੋਜ਼ ਸਾਡੀ ਸਮੇਤ ਮੇਰੇ? ਅਸੀਂ ਹੁਣ ਅਰਦਾਸ ਹੋਵੇਗੀ ਕੀ ਮੰਗਾਂਗੇ? ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੈ। ਇੱਕ ਅੰਮ੍ਰਿਤਧਾਰੀ ਗੁਰਸਿੱਖ, ਨਿਤਨੇਮੀ ਗੁਰਸਿੱਖ ਕਿਤੇ ਸਵਾਲ ਪਾ ਲਵੇ, ਗੁਰੂ ਪਿਆਰਿਓ ਤੁਸੀਂ ਅੰਮ੍ਰਿਤ ਨਹੀਂ ਛਕਿਆ? ਗੁਰਦੁਆਰੇ ਤੇ ਰੋਜ਼ ਸਵੇਰੇ ਦਰਸ਼ਨ ਹੁੰਦੇ ਆ, ਅੰਮ੍ਰਿਤ ਛਕੋ। ਤੇ 2 ਦਿਨ ਸੁਣਾਂਗੇ, ਤੀਜੇ ਦਿਨ ਉਸ ਤੋਂ ਦੂਰ ਹਟ ਕੇ ਆਖਾਂਗੇ ਇਹ ਬੰਦਾ ਜਦੋਂ ਮਿਲਦਾ ਅੰਮ੍ਰਿਤ ਦੀ ਗੱਲ ਕਰੀ ਜਾਂਦਾ। ਤੇ ਫਿਰ ਮੰਗ ਕਿਉਂ ਕਰਦਾ? ਜੇ ਕੋਈ ਗੁਰੂ ਪਿਆਰਾ ਗੁਰੂ ਨੇ ਮਿਲਾ ਦਿੱਤਾ ਹੈ, ਕੋਈ ਸਵਾਲ ਪਾ ਲਵੇ, ਭਾਈ ਸਾਹਿਬ ਬੱਚੇ ਬੜੇ ਸੋਹਣੇ ਤੁਹਾਡੇ ਗੁਰਦੁਆਰੇ ਆਉਂਦੇ ਆ, ਪਰ ਇਹਨਾਂ ਨੂੰ ਜਪਜੀ ਪੜ੍ਹਨਾ ਸਿਖਾਇਆ ਹੈ? ਸਵਾਲ ਕਰਿਓ ਕਿਤੇ। ਅਸੀਂ ਤੇ ਰੋਜ਼ ਦੇ ਭੋਗੀ ਆ ਨਾ, ਅਸੀਂ ਕਿਸੇ ਨੂੰ ਆਖ ਦੀ ਅਸੀਂ ਕਿਹੜਾ ਬੱਚਾ ਭਾਈ ਬਣਾਉਣਾ ਜੀ। ਘਰ ਵਿੱਚ ਪ੍ਰਕਾਸ਼ ਰੱਖਿਆ, ਪਾਠ ਕਿਸੇ ਨੂੰ ਨਹੀਂ ਕਰਨਾ ਆਉਂਦਾ। ਗ੍ਰੰਥੀ ਸਾਹਿਬ ਜਾਂਦੇ ਆ, ਉਹ ਪਾਠ ਕਰਦੇ ਆ, ਪ੍ਰਕਾਸ਼ ਕਰਕੇ ਆ ਜਾਂਦੇ। ਫਿਰ ਇਹ ਫੈਸ਼ਨ ਥੋੜ੍ਹੀ ਹੈ ਵੀ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਘਰੇ ਹੈ ਤੇ ਅਸੀਂ ਮਾਣ ਕਰੀਏ। ਨਹੀਂ ਜੀ, ਸਾਡੇ ਘਰੇ ਰੋਜ਼ ਪਾਠ ਹੁੰਦਾ। ਉਹ ਪਿਆਰਿਓ
ਗੁਰੂ ਨਾਲ ਗੱਲਾਂ ਕਰਾਂਗੇ, ਗੁਰੂ ਨੂੰ ਮਿਲਾਂਗੇ ਤੇ ਇਹ ਸੋਝੀ ਪ੍ਰਾਪਤ ਹੋਵੇਗੀ ਕਿ ਮੇਰਾ ਸਤਿਗੁਰੂ ਹੁਕਮ ਕੀ ਕਰਦਾ ਹੈ, ਸੇਵਾ ਕਰੋ ਦਾਸ ਦਾਸਨ ਕੀ, ਅਨਿਕ ਭਾਂਤ ਤਿਸ ਕਰੋ ਨਿਹੋਰਾ। ਨਿਹੋਰਾ ਆਮ ਬੋਲੀ ਸ਼ਬਦ ਹੈ, ਨਿਹੋਰੇ ਕਰਨਾ। ਆਮ ਬੋਲਦੇ ਆ ਵੀ ਕੀ ਗੱਲ ਬੜੇ ਨਿਹੋਰੇ ਕਰਦਾ ਉਸ ਦੇ ਤੂੰ, ਬੜਾ ਦੀਨ ਹੋ ਕੇ ਬੇਨਤੀਆਂ ਜੋਦੜੀਆਂ ਕਰੀ ਜਾਂਦਾ, ਤਰਲੇ ਲਈ ਜਾਂਦਾ ਉਸ ਦੇ, ਕੀ ਗੱਲ। ਤੇ ਬਾਬਾ ਜੀ ਕਹਿੰਦੇ ਮੈਂ ਪ੍ਰੀਤਮ ਵਾਹਿਗੁਰੂ ਰੱਬ ਨੂੰ ਮਿਲਾਉਣ ਵਾਲੇ ਗੁਰੂ ਅਤੇ ਗੁਰੂ ਦੇ ਸੇਵਕਾਂ ਦੇ ਨਿਹੋਰੇ ਕਰਦਾ। ਮੈਨੂੰ ਗੁਰੂ ਦਾ ਭੇਦ ਦੱਸਿਆ ਹੈ, ਮੈਨੂੰ ਗੁਰੂ ਨਾਲ ਜੋੜਿਆ ਹੈ, ਮੈਨੂੰ ਮਾਲਕ ਦੀ ਸੋਝੀ ਗੁਰੂ ਤੋਂ ਪ੍ਰਾਪਤ ਹੋਈ ਹੈ। ਤਾਂ ਹੀ ਤੇ ਮੰਗ ਹੈ ਨਾ, ਸੱਜਣ ਪਿਆਰਿਆਂ ਦੇ ਮਿਲਾਪ ਦੀ ਅਰਦਾਸ ਕਰਦਾ ਗੁਰਸਿੱਖ, ਰੋਜ਼ ਅਰਜ਼ੋਈਆਂ ਬੇਨਤੀਆਂ ਕਰਦਾ ਮਾਲਕ ਵਾਸਤੇ ਕਿ ਮੈਂ ਪ੍ਰੀਤਮ ਨੂੰ ਮਿਲਣਾ ਹੈ, ਪਰ ਮੈਨੂੰ ਸੰਗਤ ਉਹਨਾਂ ਪਿਆਰਿਆਂ ਦੀ ਬਖਸ਼। ਤੇ ਗੁਰੂ ਨੇ ਉਹ ਗਿਆਨ ਬਖਸ਼ਿਸ਼ ਕੀਤਾ। ਗੁਰੂ ਪਿਆਰਿਓ, ਉਸ ਗਿਆਨ ਵਿੱਚ ਮਾਲਕ ਜੀ ਸਮਝਾਉਂਦੇ ਹੈ, ਹੁਕਮ ਕਰਦੇ ਹੈ। ਬਾਬਾ ਕਬੀਰ ਨੂੰ ਪੁੱਛੋ, ਕਬੀਰ ਸੰਗਤ ਕਰੀਐ ਸਾਧਕੀ, ਕਬੀਰ ਸਾਧੂ ਕੀ ਸੰਗਤ ਰਹੋ, ਕਿਉਂਕਿ ਉੱਥੇ ਚਰਚਾ ਹੁੰਦੀ ਹੈ, ਉੱਥੇ ਗੁਰੂ ਦੀ ਵਾਰਤਾ ਹੁੰਦੀ ਹੈ। ਤੇ ਬਾਬਾ ਕਬੀਰ ਸਾਹਿਬ ਆਪਣੇ ਸ਼ਲੋਕਾਂ ਵਿੱਚ ਇੱਥੋਂ ਤੱਕ ਉਪਦੇਸ਼ ਕਰਦੇ ਹੈ, ਕਹਿੰਦੇ ਸਾਕਤ ਦੀ ਮਾਂ ਦੀ ਸੰਗਤ ਵੀ ਮਾੜੀ ਹੈ, ਤੇ ਸੰਤ ਪੁਰਸ਼ ਦੇ ਘਰ ਵਿੱਚ ਆਸ਼ਰਮ ਵਿੱਚ ਰਹਿਣ ਵਾਲਾ ਤੇ ਕੁੱਤਾ ਵੀ ਤਰ ਜਾਂਦਾ ਹੈ। ਉੱਥੇ ਚਰਚਾ ਹੁੰਦੀ ਹੈ, ਉੱਥੇ ਵਿਚਾਰਾਂ ਹੁੰਦੀਆਂ, ਉੱਥੇ ਰੱਬ ਦੀ ਉਸਤਤ ਹੁੰਦੀ ਹੈ, ਉੱਥੇ ਸਿਫਤੋ ਸਲਾਹ ਕੀਤੀ ਜਾਂਦੀ ਹੈ। ਇਸ ਲਈ ਇਹ ਮੰਗ ਹੈ, ਮੈਂ ਐਸੇ ਗੁਰਮੁਖਾਂ ਦੀ ਸੰਗਤ ਕਰਾਂ, ਮੈਂ ਉਹਨਾਂ ਦੀ ਸੇਵਾ ਕਰਾਂ, ਮੈਂ ਉਹਨਾਂ ਪਿਆਰਿਆਂ ਦੇ ਦਰਸ਼ਨ ਪਰਸਾਂ। ਔਰ ਗੁਰੂ ਨੇ ਇਹ ਆਪ ਵੀ ਕਰਕੇ ਦਿਖਾਇਆ ਹੈ। ਮੈਂ ਇੱਕ ਬੇਨਤੀ ਕਰਦੇ ਹਾਂ ਗੁਰੂ ਕੀਆਂ ਸੰਗਤਾਂ ਵਾਸਤੇ, ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਉਹਨਾਂ ਦੇ ਜੋੜਿਆਂ ਵਿੱਚ ਖੜੇ ਹੁੰਦੇ ਰਹੇ ਹੈ। ਸਤਿਗੁਰੂ ਆਪ ਮੂੰਹ ਵਲੇਟ ਕੇ ਪੱਖਾ ਤੱਕ ਝੱਲਣ ਵਾਸਤੇ ਇਤਿਹਾਸ ਦੇ ਕਈ ਹਵਾਲੇ ਮਿਲਦੇ ਹੈ ਕਿ ਸੰਗਤ ਵਿੱਚ ਆ ਜਾਂਦੇ ਸਨ। ਗੁਰਮੁਖਾਂ ਦੀ ਸੰਗਤ, ਗੁਰਮੁਖਾਂ ਦੀ ਸੇਵਾ, ਇਹ ਰੱਬ ਦੇ ਮਿਲਾਪ ਦੀ ਪੌੜੀ ਹੈ। ਫਿਰ ਅੱਗੇ ਬਚਨ ਦੇਖੋ ਕਰਦੇ ਹੈ, ਤੁਲਾ ਧਾਰ ਤੋਲੇ ਸੁਖ ਸਗਲੇ, ਬਿਨ ਹਰ ਦਰਸ ਸਭੋ ਹੀ ਥੋਰਾ। ਬੜਾ ਭਾਵਪੂਰਕ ਬਚਨ ਦੇਖੋ। ਹਜ਼ੂਰ ਕਹਿੰਦੇ ਤੁਲਾ ਦਾ ਅਰਥ ਹੁੰਦਾ ਤੱਕੜੀ। ਮੈਂ ਤੱਕੜੀ ਵਿੱਚ ਰੱਖ ਕੇ ਦੁਨੀਆ ਦੇ ਸਾਰੇ ਸੁੱਖ ਤੋਲ ਕੇ ਵੇਖ ਲਏ। ਤੁਲਾ ਧਾਰ ਤੋਲੇ ਸੁੱਖ ਸਗਲੇ, ਸਗਲੇ ਸਾਰੇ, ਮੈਂ ਸਾਰੇ ਸੁੱਖਾਂ ਨੂੰ ਤੋਲ ਕੇ ਵੇਖਿਆ। ਤੇ ਉਹਨਾਂ ਤੋਲ ਕੇ ਪਤਾ ਕਿਆ ਲੱਗਿਆ, ਦੇਖੋ, ਬਿਨ ਹਰ ਦਰਸ ਸਭੋ ਹੀ ਥੋਰਾ। ਹਰੀ ਵਾਹਿਗੁਰੂ ਜੀ ਦੇ ਦਰਸ਼ਨਾਂ ਤੋਂ ਬਿਨਾ ਉਹਨਾਂ ਦਰਸ਼ਨਾਂ ਦੇ ਬਰਾਬਰ ਕੁਛ ਵੀ ਨਹੀਂ, ਸਭ ਹੋਲਾ ਹੈ, ਥੋੜਾ ਹੈ। ਤੇ ਜਿਹੜਾ ਥੋੜਾ ਹੁੰਦਾ ਹੈ ਉਹ ਪਲੜਾ ਉੱਪਰ ਹੋ ਜਾਂਦਾ ਹੈ, ਹਲਕਾ ਹੈ। ਇਸ ਪੱਖ ਨੂੰ ਵਿਚਾਰ ਕੇ ਦੇਖਣਾ, ਜਦੋਂ ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ, ਉਸ ਸੇਵਕ ਵਾਸਤੇ ਜਿਹੜਾ ਰੱਬ ਨੂੰ, ਗੁਰੂ ਨੂੰ ਮਿਲਣਾ ਚਾਹੁੰਦਾ ਹੈ, ਪਾਤਸ਼ਾਹ ਉਪਦੇਸ਼ ਕੀ ਕਰ ਰਹੇ ਹੈ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ। ਮਨ ਵੇਚੈ ਸਤਿਗੁਰ ਕੈ ਪਾਸ, ਤੀ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਗਿਆ ਵਿੱਚ ਚੱਲਣਾ, ਉਸ ਦੀ ਹੋਂਦ ਦਾ, ਉਸ ਦੇ ਦਰਸ਼ਨਾਂ ਦਾ ਅਹਿਸਾਸ ਹੁੰਦਾ ਹੈ। ਕੋਈ ਮੂਰਤ, ਕੋਈ ਆਕ੍ਰਿਤੀ ਨੂੰ ਗੁਰੂ ਨੇ ਪ੍ਰਵਾਨ ਨਹੀਂ ਕੀਤਾ ਕਿ ਕੋਈ ਆਖੇ ਕਿ ਗੁਰੂ ਨੇ ਮੂਰਤ ਬਣਾ ਕੇ ਦਿੱਤੀ ਸਿੱਖ ਨੂੰ। ਵੈਸੇ ਤੇ ਖਿਮਾ ਕਰਿਓ, ਆਪਾਂ ਰੋਜ਼ ਬੇਨਤੀਆਂ ਕਰਦੇ ਹਾਂ, ਗੁਰੂ ਘਰ ਤੋਂ ਅਪੀਲਾਂ ਹੁੰਦੀਆਂ ਕਿ ਸਿੱਖ ਮੂਰਤੀ ਪੂਜਕ ਨਹੀਂ ਹੈ, ਸਿੱਖ ਮੂਰਤੀ ਦਾ ਪੁਜਾਰੀ ਨਹੀਂ। ਪਰ ਸਾਡੀਆਂ ਸਾਰਿਆਂ ਦੀਆਂ ਗੱਡੀਆਂ ਵਿੱਚ ਮੂਰਤੀਆਂ ਨੇ, ਸਾਡੇ ਘਰਾਂ ਵਿੱਚ ਮੂਰਤੀਆਂ ਨੇ, ਫੋਟੋਆਂ ਨੇ। ਇਹ ਬੜਾ ਵੱਡਾ, ਇਸ ਵਾਰ ਇੱਕ ਬਹੁਤ ਵੱਡਾ ਕਾਰਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ। ਜਦੋਂ ਆ ਪ੍ਰਦਰਸ਼ਨੀ ਲੱਗੀ, ਇੱਥੇ ਕੋਈ ਫੋਟੋ, ਕੋਈ ਕੈਲੰਡਰ, ਕੋਈ ਆਕ੍ਰਿਤੀ ਗੁਰੂਆਂ ਦੀ, 10 ਗੁਰੂ ਸਾਹਿਬਾਨ ਦੀ,
ਉਹ ਇੱਥੇ ਲਗਾਉਣ ਨਹੀਂ ਦਿੱਤੀ ਗਈ। ਉਸ ਦਾ ਕਾਰਨ ਹੈ, ਕਾਰਨ ਕੇਵਲ ਇਹ ਰਿਹਾ ਹੈ ਕਿ ਜਿਤਨੀਆਂ ਤੁਸੀਂ ਬਾਬਾ ਨਾਨਕ ਜੀ ਦੀ ਫੋਟੋ ਲੈ ਲਓ, ਅਲੱਗ-ਅਲੱਗ ਚਿੱਤਰਕਾਰਾਂ ਦੀਆਂ 10 ਫੋਟੋਆਂ ਨੇ ਤੇ 10 ਵਿੱਚ ਬਾਬਾ ਨਾਨਕ ਦੀ ਦਿੱਖ ਵੱਖੋ ਵੱਖਰੀ ਹੈ। ਕੋਈ ਜਵਾਨੀ ਦੀ ਫੋਟੋ ਨਹੀਂ ਬਣਾਉਂਦਾ, ਬਸ ਬਜ਼ੁਰਗੀ, ਕਿਉਂਕਿ ਇੱਕ ਸੋਚ ਹੈ ਕਿ ਬਾਬੇ ਖਬਰੇ ਬੁੱਢੇ ਹੀ ਹੁੰਦੇ ਆ, ਬਸ ਬਾਬੇ ਖਬਰੇ ਬਜ਼ੁਰਗ ਹੀ ਹੁੰਦੇ ਆ। ਨਹੀਂ, ਬਾਬਾ ਨਾਨਕ ਜੀ ਨੂੰ ਵੇਖੋਗੇ, ਸਾਡੇ ਤੇ 9 ਸਾਲ ਦੇ ਬੱਚੇ ਨੂੰ ਮੱਥਾ ਟੇਕਣਾ ਨਹੀਂ ਆਉਂਦਾ, ਖਿਮਾ ਕਰਿਓ, ਸਾਡੇ 9 ਸਾਲ ਦੇ ਬੱਚੇ ਨੂੰ ਗੁਰਦੁਆਰੇ ਬੈਠਣਾ ਨਹੀਂ ਆਉਂਦਾ, ਵੀ ਕਥਾ ਕੀਰਤਨ ਹੋ ਰਿਹਾ ਹੈ, ਪਾਠ ਹੋ ਰਿਹਾ ਹੈ ਤੇ ਸ਼ਾਂਤ ਹੋ ਕੇ ਬੈਠਾਂ। ਤੇ ਬਾਬਾ ਨਾਨਕ ਜੀ ਨੇ 9 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ, ਆਪਣੇ ਬਜ਼ੁਰਗਾਂ, ਆਪਣੇ ਪੁਰੋਹਿਤ ਤੇ ਪੂਰੀ ਬਰਾਦਰੀ ਦੇ ਸਾਹਮਣੇ ਡਟ ਕੇ ਸਵਾਲ ਜਵਾਬ ਕੀਤੇ ਹੈ। 9 ਸਾਲ ਦੇ ਬਾਬੇ ਨੇ, ਤੇ ਬਾਬਾ ਨਾਨਕ ਤੇ 9 ਸਾਲ ਦੀ ਉਮਰ ਵਿੱਚ ਵੀ ਉਪਦੇਸ਼ ਕਰਦਾ ਹੈ, ਤੇ ਅਸੀਂ ਬਾਬੇ ਨੂੰ ਬਸ ਚਿੱਟੀ ਦਾੜੀ 'ਚ ਦਿਖਾ ਕੇ ਕਹਿੰਦੇ ਆ ਇਹੀ ਉਹ ਬਾਬਾ ਨਾਨਕ ਹੈ। ਆਪਾਂ ਵੀ ਸਾਰੇ ਘਰ ਗ੍ਰਸਤੀ ਵਾਲੇ ਆ, ਸਾਡਾ 9 ਕੀ 19 ਸਾਲ ਦਾ ਬੱਚਾ ਵੀ ਕੋਈ ਗੱਲ ਕਰੇ ਤੇ ਬਾਪੂ ਬਣ ਕੇ ਆਪਾਂ ਕੀ ਕਹਿੰਦੇ ਆ, ਪੁੱਤਰ ਤੂੰ ਬੱਚਾ ਹੈ, ਬੱਚਿਆਂ ਵਾਂਗੂ ਰਿਹਾ ਕਰ, ਤੂੰ ਸਲਾਹ ਨਾ ਦੇ। ਤੇ ਕਦੇ ਸੋਚ ਕੇ ਵੇਖਿਓ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਕਿਤਨਾ ਜ਼ਬਰਦਸਤ ਉਹਨਾਂ ਦਾ ਤਰਕ ਹੋਏਗਾ ਕਿ ਨਾ ਪਿਤਾ ਜੀ ਬੋਲ ਪਾਏ, ਨਾ ਚਾਚਾ ਜੀ ਬੋਲ ਪਾਏ, ਨਾ ਹਰਦਿਆਲ ਬੋਲ ਪਾਇਆ। ਉੱਥੇ ਰਾਏ ਬੁਲਾਰ ਵੀ ਬੈਠਾ ਹੈ, ਉੱਥੇ ਚੰਗੇ ਚੰਗੇ ਧਨਾੜ ਲੋਕ ਬੈਠੇ ਹੈ, ਉੱਥੇ ਸਾਰੀ ਬਰਾਦਰੀ ਬੈਠੀ ਹੈ। ਜਦੋਂ ਜਨੇਊ ਪਾਉਣ ਲਈ ਬਾਬੇ ਨਾਨਕ ਨੂੰ ਕਿਹਾ ਜਾਂਦਾ ਹੈ ਤੇ ਗੁਰੂ ਨਾਨਕ ਨੇ ਤਰਕ ਦਿੱਤਾ। ਬਾਬਾ ਨਾਨਕ ਨੇ ਐਸਾ ਕਮਾਲ ਦਾ ਤਰਕ ਰੱਖਿਆ ਕਿ ਜੇ ਜਨੇਊ ਪਾਇਆ ਗੱਲ ਬਣਦੀ ਹੈ, ਜੇ ਧਰਮੀ ਹੋਈਦਾ ਤੇ ਜਿਸ ਮਾਂ ਨੇ ਜਨਮ ਦਿੱਤਾ ਉਸ ਨੂੰ ਜਨੇਊ ਕਿਉਂ ਨਹੀਂ ਪਾਇਆ? ਜਵਾਬ ਨਹੀਂ ਉਹਨਾਂ ਕੋਲ। ਸੋ ਮੈਂ ਕੇਵਲ ਬੇਨਤੀ ਕਰਨ ਲੱਗਾ ਕਿ ਸਾਡਾ ਮਤਲਬ ਇਹ ਹੈ ਕਿ ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਗੁਰੂ ਦੇ ਗਿਆਨ ਨੂੰ ਪੜ੍ਹਦੇ ਹਾਂ, ਤੇ ਬਾਕੀ ਦੇ ਕਰਮ ਕਾਂਡਾਂ ਨੂੰ ਛੱਡ ਕੇ, ਦਿਖਾਵਿਆਂ ਨੂੰ ਛੱਡ ਕੇ, ਗਿਣਤੀ ਦੇ ਪਾਠਾਂ ਨੂੰ ਛੱਡ ਕੇ, ਮੈਂ ਫਿਰ ਸ਼ਬਦ ਵਰਤਣ ਲੱਗਾ, ਦੇਖੋ ਪਾਠ ਕਰੋ, ਸਵਾਸ ਸਵਾਸ ਜਪਣਾ। ਗੁਰੂ ਰਾਮਦਾਸ ਸਾਹਿਬ ਕਹਿ ਰਹੇ ਹੈ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਲੇਕਿਨ ਉੱਥੇ ਇਹ ਨਹੀਂ ਕਹਿੰਦੇ ਕਿ ਚੜ੍ਹੇ ਦਿਵਸ 11 ਪਾਠ ਜਪਜੀ ਗਾਵੇ ਜਾਂ 5 ਸੁਖਮਨੀ ਗਾਵੇ ਤੇ ਮੁੜ ਕੇ 10 ਲੋਕਾਂ ਨੂੰ ਜਦੋਂ ਤੱਕ ਦੱਸਦਾ ਨਹੀਂ ਉਦੋਂ ਤੱਕ ਤੇ ਮੈਨੂੰ ਕਈ ਵਾਰੀ ਜਾਪਦਾ ਵੀ ਪਾਠ ਹੀ ਨਹੀਂ ਮੁਕੰਮਲ ਹੁੰਦੇ। ਅਸੀਂ ਤੇ ਜੀ 5 ਸੁਖਮਨੀ ਪੜ੍ਹਦੇ ਹਾਂ ਜੀ ਰੋਜ਼। ਕਿਹੜੇ ਮਰਿਆਦਾ 'ਚ ਲਿਖਿਆ ਵੀ ਤੂੰ 5 ਪੜ੍ਹਨੇ? 10 ਪੜ੍ਹ, 2 ਪੜ੍ਹ, 1 ਕਰ। 24 ਅਸ਼ਟਪਦੀਆਂ ਨੇ 24 ਦਿਨਾਂ 'ਚ ਹੀ ਪੜ੍ਹ ਲੈ, ਪਰ ਘੱਟ ਤੋਂ ਘੱਟ ਪਿਆਰਿਆ ਗੁਰੂ ਦੇ ਹੁਕਮ ਨੂੰ ਤੇ ਸਮਝ ਲੈ। ਇੱਕ ਅਸ਼ਟਪਦੀ ਦਾ ਪਾਠ ਕਰ ਲੈ, ਉਸ ਦੇ ਭਾਵ ਨਾਲ ਜੁੜਨਾ ਕਰ, ਤੇਰੀ ਜ਼ਿੰਦਗੀ ਵਿੱਚ ਗੁਰੂ ਨੇ ਤੇ ਇੱਥੋਂ ਤੱਕ ਕਿਹਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬੋੜ ਜਨਮ ਨਾ ਆਵਾ। ਪਰ ਇਹ ਜਿਹੜਾ ਬੋਲ ਹੈ ਕਿ ਮੈਂ ਤੁਲਾ ਧਾਰ ਤੋਲੇ ਸੁਖ ਸਗਲੇ ਬਿਨ ਹਰ ਦਰਸ ਸਬੋ ਹੀ ਥੋਰਾ, ਸੁਖ ਤੋਲ ਕੇ ਵੇਖੇ ਮੇਰੇ ਮਾਲਕ ਦੇ, ਮੇਰੇ ਪਿਆਰੇ ਦੇ, ਮੇਰੇ ਪ੍ਰੀਤਮ ਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ, ਗਿਆਨ ਰੂਪ ਵਿਚਾਰ ਰੂਪ ਦਰਸ਼ਨ ਦੇ ਸਾਹਮਣੇ ਕੁਛ ਵੀ ਨਹੀਂ ਤੁਲਿਆ, ਟਿਕਿਆ ਹੀ ਨਹੀਂ, ਸਭ ਹੋਲਾ ਹੈ, ਸਭ ਹਲਕਾ ਹੈ। ਤੇ ਅੱਜ ਸਾਨੂੰ ਇਹ ਗਿਆਨ ਗੁਰੂ ਤੋਂ ਮਿਲਦਾ ਹੈ ਕਿ ਆਪਾਂ ਗੁਰੂ ਦੀ ਬਾਣੀ ਨੂੰ ਕਮਾਈਏ ਭਾਈ, ਆਪਣੇ ਆਪ ਨੂੰ ਇਤਨਾ ਮਜ਼ਬੂਤ ਕਰੀਏ। ਗੁਰੂ ਨਾਨਕ ਦੇ ਸਿੱਖਾਂ, ਗੁਰੂ ਨਾਨਕ ਦੇ ਹੁਕਮ ਦੇ ਉੱਤੇ ਚੱਲਣਾ ਸਿੱਖਣਾ ਹੈ। ਉਸ ਕਰਤੇ ਦੀ ਬਰਕਤ ਦੀ ਸਾਨੂੰ ਪ੍ਰਾਪਤੀ ਹੋਵੇਗੀ। ਜ਼ਰਰੇ ਜ਼ਰਰੇ ਕਣ ਕਣ ਵਿੱਚ ਸਮਾਇਆ ਦਿਖਾਈ ਦੇਗਾ, ਪਰ ਅਸੀਂ ਉਸ ਦੇ ਦਰਸ਼ਨ ਨਹੀਂ ਮੰਗਦੇ, ਉਸ ਦੇ ਗਿਆਨ ਨੂੰ ਨਹੀਂ ਮੰਗਦੇ, ਉਸ ਤੋਂ ਸਿਮਰਨ ਦੀ ਜਾਚਨਾ ਘੱਟ ਤੇ ਪਦਾਰਥਾਂ ਦੀ ਜਾਚਨਾ ਜ਼ਿਆਦਾ ਕਰਦੇ ਹਾਂ। ਕੇਵਲ ਇਹ ਗਿਆਨ ਲਈਏ ਇਸ ਤੋਂ ਕਿ ਰੱਬ ਦੇ ਦਰਸ਼ਨ ਗੁਰੂ ਦੇ ਗਿਆਨ ਦੀ ਬਰਕਤ ਨਾਲ ਨੇ, ਤੇ ਦੁਨੀਆ ਦੇ ਜਿਤਨੇ ਮਰਜ਼ੀ ਸੁੱਖ ਮਿਲਦੇ ਹੈ ਪਿਆਰਿਆ, ਇਹ ਸੁੱਖ ਥੋੜੇ ਨੇ, ਹੌਲੇ ਨੇ। ਅਗਲੇ ਬੰਦ ਵਿੱਚ ਕਹਿੰਦੇ ਸੰਤ ਪ੍ਰਸਾਦ ਗਾਏ ਗੁਣ ਸਾਗਰ। ਜਦੋਂ ਗੁਰੂ ਦੀ ਕਿਰਪਾ, ਸੰਤ ਸ਼ਬਦ ਦਾ ਅਰਥ ਹੈ ਗੁਰੂ, ਜਦੋਂ ਗੁਰੂ ਦੀ ਬਖਸ਼ਿਸ਼ ਦੇ ਨਾਲ ਮੈਂ ਉਸ ਗੁਣਾਂ ਦੇ ਸਾਗਰ ਰੱਬ ਦੇ ਗੁਣਾਂ ਨੂੰ ਗਾਇਆ। ਹੁਣ ਗੁਣਾਂ ਦਾ ਸਾਗਰ ਕੌਣ ਹੈ? ਅਕਾਲ ਪੁਰਖ ਹੈ। ਸਾਰੇ ਗੁਣ ਉਸ ਵਿੱਚ ਮੌਜੂਦ ਨੇ। ਉਸ ਤੱਕ ਪਹੁੰਚਣ ਦਾ ਰਸਤਾ ਸਾਨੂੰ ਗੁਰੂ ਦਾ ਗਿਆਨ ਬਖਸ਼ਦਾ ਹੈ। ਇਸ ਕਰਕੇ ਗੁਰੂ ਨਾਲ ਜੁੜੇ ਸੰਤ ਪ੍ਰਸਾਦ, ਗੁਰੂ ਦੀ ਕਿਰਪਾ ਹੋਈ,
ਗਾਏ ਗੁਣ ਸਾਗਰ। ਗੁਰੂ ਨੇ ਕਿਉਂਕਿ ਹੁਕਮ ਹੀ ਸਾਨੂੰ ਇਹ ਕੀਤਾ ਹੈ। ਤੁਸੀਂ ਸਾਰੇ ਬਾਣੀ ਪੜ੍ਹਨ ਵਾਲੇ ਸੁਣਨ ਵਾਲੇ ਗੁਰਮੁਖ ਪਿਆਰੇ ਬੈਠੇ ਹੋ। ਹਜ਼ੂਰ ਨੇ ਸੁਣਨ ਦੀ ਗੱਲ ਤੇ ਗਾਇਨ ਕਰਨ ਦੀ ਗੱਲ ਆਖੀ ਹੈ, ਤੇ ਜਾਗ ਦਿੰਦੇ ਆ ਹੁਕਮ ਕੀਤਾ ਹੈ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹਉਮੈ ਬਿਕ ਫੈਲ। ਗੁਣ ਗਾ ਤੂੰ ਰੱਬ ਦੀ ਵਡਿਆਈ ਕਰ, ਕਿਉਂਕਿ ਗੁਣ ਕਹਿ ਗੁਣੀ ਸਮਾ ਬਣਿਆ। ਤੂੰ ਗੁਣ ਗਾ ਕੇ ਹੀ ਉਸ ਗੁਣੀ ਵਿੱਚ ਅਭੇਦ ਹੋ ਸਕਦਾ, ਹੋਰ ਕੋਈ ਜੁਗਤ ਨਹੀਂ ਹੈ, ਹੋਰ ਕੋਈ ਢੰਗ ਨਹੀਂ। ਇਸ ਕਰਕੇ ਪਾਤਸ਼ਾਹ ਕਹਿੰਦੇ ਸੰਤ ਪ੍ਰਸਾਦ ਗਾਏ ਗੁਣ ਸਾਗਰ। ਤੇ ਜਦੋਂ ਗੁਣ ਗਾ ਲਏ, ਗੁਣਾਂ ਨਾਲ ਸਾਂਝ ਬਣ ਗਈ, ਪ੍ਰੀਤ ਬਣ ਗਈ। ਜਨਮ ਜਨਮ ਕੋ ਜਾਤ ਬਹੋਰਾ। ਜਿਸ ਦੇ ਗੁਣ ਗਾਏ ਉਸ ਮਾਲਕ ਨੂੰ ਤਰਸ ਆ ਗਿਆ। ਉਸ ਮਾਲਕ ਦਾ ਉਹ ਕਿਰਪਾ ਦੀ ਨਜ਼ਰ ਵਾਲਾ ਜਦੋਂ ਦਰਵਾਜ਼ਾ ਖੁੱਲਿਆ ਤੇ ਹੋਇਆ ਕਿ ਕਹਿੰਦੇ ਜਨਮ ਜਨਮ ਦਾ ਜਿਹੜਾ ਚੱਕਰ ਬਣਿਆ ਪਿਆ ਸੀ, ਆਵਾਗਮਨ ਬਣਿਆ ਪਿਆ ਸੀ, ਕਹਿੰਦੇ ਇਸ ਤੋਂ ਜਾਤ ਬਹੋਰਾ, ਮੇਰੇ ਮਾਲਕ ਨੇ ਮੈਨੂੰ ਮੋੜ ਲਿਆਂਦਾ, ਮੁਕਤ ਕਰ ਦਿੱਤਾ ਉਸ ਸੇਵਕ ਨੂੰ ਜਿਸ ਨੇ ਗੁਣ ਗਾਏ ਹੈ। ਮੁੜ ਉਹ ਜਨਮਾਂ 'ਚ ਨਹੀਂ ਪੈਂਦਾ, ਮੁੜ ਉਹ ਆਵਾਗਮਨ ਵਿੱਚ ਨਹੀਂ ਪੈਂਦਾ, ਉਹ ਅਭੇਦ ਹੋ ਜਾਂਦਾ ਹੈ। ਇਸ ਕਰਕੇ ਗੁਣ ਗਾਇਨ ਕਰੀਏ ਭਾਈ। ਰੋਜ਼ ਹੀ ਪੜ੍ਹਦੇ ਹਾਂ ਆਪਾਂ ਕਿ ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਦ ਵਿਵਹਾਰ। ਉਸਤਤ ਗਾਇਨ ਕਰਨੀ ਹੈ, ਗਿਣ ਕੇ ਨਹੀਂ ਕਰਨੀ। ਉਸਤਤ ਗਾਇਨ ਕਰਨੀ ਹੈ, ਲਾਲਚ ਲੋਭ ਵਸ ਨਹੀਂ ਕਰਨੀ ਕਿ ਮੈਂ ਜਪਜੀ ਪੜਾਂ 40 ਦਿਨ ਆਵਾਂ, ਹੇ ਸੱਚੇ ਪਾਤਸ਼ਾਹ ਮੈਨੂੰ ਇਹ ਸੁੱਖ ਮਿਲ ਜਾਣ। ਮੇਰੇ ਦਾਤੇ ਨੇ ਤੇ ਕਿਹਾ ਭਾਈ ਤੂੰ ਗਾਇਨ ਕਰੀ ਜਾ, ਰੱਬ ਨੇ ਤੈਨੂੰ ਕਿਸੇ ਦਾ ਮੁਥਾਜ ਹੀ ਨਹੀਂ ਰੱਖਣਾ। ਬਹੁਤ ਵੱਡੀ ਬਰਕਤ ਹੈ। ਸ਼ਬਦ ਆਪਾਂ ਕੀਰਤਨ ਵਿੱਚ ਸੁਣਦੇ ਆ ਮਾਲਕ ਦੇ, ਉਸਤਤ ਦੇ ਗਾਏ ਹੋਏ ਬੋਲ ਨੇ, ਬੜੇ ਪਿਆਰੇ ਬੋਲ ਨੇ ਦਾਤੇ ਦੇ। ਕਹਿੰਦੇ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ। ਤੇ ਜਦੋਂ ਗੁਣ ਗਾਏ ਉਸ ਨੇ ਕਿਰਪਾ ਕੀਤੀ, ਉਸ ਦੀ ਮਿਹਰ ਦੀ ਨਜ਼ਰ ਹੋ ਗਈ, ਤੇ ਉਸ ਨਜ਼ਰ ਵਿੱਚ ਕਿਆ ਮਿਲਿਆ? ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ। ਬਰਕਤ ਹੋਵੇਗੀ ਨਾ। ਪਰ ਅਸੀਂ ਤੇ ਲਿਸਟ ਲੈ ਕੇ ਆਨੇ ਆ, ਬਾਬਾ ਜੀ ਅਰਦਾਸ ਕਰਿਓ। ਮੈਂ ਪਹਿਲੋਂ ਵੀ ਕਰਜ਼ ਰੱਖੀ, ਇਸੇ ਸਟੇਜ ਤੋਂ ਆਖੀ ਸੀ ਕਿ ਅਰਦਾਸ ਵਿੱਚ ਵੀ ਗੁਰੂ ਨੇ ਬਾਣੀ 'ਚ ਪਤਾ ਕੀ ਕਿਹਾ? ਕਹਿੰਦੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਇਹ ਨਹੀਂ ਕਿਹਾ ਗੁਰ ਪੈ ਅਰਦਾਸ ਕਰਾ। ਗੱਲ ਭਾਵੇਂ ਔਖੀ ਲੱਗਦੀ, ਸਾਡਾ ਕਿੱਤਾ ਹੀ ਇਹ ਆ ਵੀ ਅਸੀਂ ਅਰਦਾਸਾਂ ਹੀ ਕਰਨ ਬੈਠੇ ਆ। ਲੇਕਿਨ ਸੱਚ ਇਹ ਹੈ ਕਿ ਜੋ ਦਿਲ ਦੀ ਭਾਵਨਾ ਜਗਿਆਸੂ ਦੀ ਸਿੱਖ ਦੀ ਹੈ, ਉਹ ਸਾਡੀ ਕਦੇ ਵੀ ਨਹੀਂ ਬਣ ਸਕਦੀ। ਇਸ ਕਰਕੇ ਆਪਣੀ ਭਾਵਨਾ ਨੂੰ, ਆਪਣੀ ਬੇਨਤੀ ਨੂੰ ਦੀਨ ਹੋ ਕੇ ਆਪਣੇ ਗੁਰੂ ਅੱਗੇ ਰੱਖੋ, ਤੇ ਉਸ ਕੋਲੋਂ ਬਸ ਇੱਕੋ ਮੰਗ ਕਰਿਆ ਕਰੋ, ਪਾਤਸ਼ਾਹ ਸਾਨੂੰ ਬੰਦਗੀ ਦੀ ਦਾਤ ਬਖਸ਼ ਦੇ, ਕਿਉਂਕਿ ਇਹ ਜੀਵਨ ਮਿਲਿਆ ਹੀ ਤੇਰੀ ਬੰਦਗੀ ਲਈ ਹੈ। ਅੱਜ ਦਾ ਇਹ ਬਚਨ ਹੈ ਵੀ ਤੁਲਾ ਧਾਰ ਤੋਲੇ ਸੁਖ ਸਗਲੇ। ਮੈਂ ਸਾਰੇ ਸੁਖ ਤੋਲ ਕੇ ਵੇਖ ਲਏ, ਤੇਰੇ ਦਰਸ਼ਨ ਤੇਰੀ ਬਰਕਤ ਦੇ ਬਰਾਬਰ ਕੋਈ ਵੀ ਨਹੀਂ ਜੇ ਪਹੁੰਚਿਆ। ਸਾਰੇ ਸੁਖ ਹੋਲੇ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਰੋਜ਼ ਪੜ੍ਹਦੇ ਆ, ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ, ਸੰਗਤ ਭਾਜ ਕੇਵਲ ਨਾਮ। ਨਾਮ ਤੁਲ ਕਛ ਅਵਰ ਨਾ ਹੋਏ, ਸੁਖ ਨਾਹੀ ਰੇ ਹਰ ਭਗਤ ਬਿਨਾ, ਜੀਤ ਜਨਮੇ ਰਤਨ ਅਮੋਲਕ, ਸਾਧ ਸੰਗਤ ਜਪ ਇਕ ਖਿਨਾ। ਸੁਖ ਨਾਹੀ ਬਹੁਤ ਹੈ ਧਨ ਖਾਟੇ, ਸੁਖ ਨਾਹੀ ਪੇਖੈ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਇਸ ਕਰਕੇ ਫਿਰ ਕਹਿੰਦੇ ਆ, ਜਦ ਗੁਰੂ ਨੇ ਮੈਨੂੰ ਜੁਗਤ ਦਿੱਤੀ ਗੁਣ ਗਾਇਨ ਕਰਨ ਦੀ, ਸੰਤ ਪ੍ਰਸਾਦ ਗਾਏ ਗੁਣ ਸਾਗਰ, ਜਨਮ ਜਨਮ ਕੋ ਜਾਤ ਬਹੋਰਾ। ਫਿਰ ਜਨਮਾਂ ਜਨਮਾਂਤਰਾਂ ਦਾ ਗੇੜ ਖਤਮ ਹੋ ਗਿਆ, ਆਵਾਗਮਨ ਮਿਟ ਗਿਆ। ਆਨੰਦ ਸੂਖ ਭੇਟਤ ਹਰ ਨਾਨਕ। ਅੱਗੇ ਜਾ ਕੇ ਬਰਕਤ ਕੀ ਹੋਈ? ਜਦੋਂ ਹੇ ਨਾਨਕ ਉਸ ਮਾਲਕ ਨੂੰ ਮਿਲੇ ਜਪ ਕੇ, ਤੇ ਫਿਰ ਦਾਤੇ ਨੇ ਕਿਰਪਾ ਕੀਤੀ, ਆਨੰਦ ਤੇ ਸੁੱਖਾਂ ਦੀ ਦਾਤ ਬਖਸ਼ ਦਿੱਤੀ। ਭੇਟਤ, ਜਦੋਂ ਰੱਬ ਦਾ ਮੇਲ ਹੋ ਗਿਆ। ਤੇ ਰੱਬ ਦਾ ਮੇਲ ਕਿਵੇਂ ਹੈ? ਗੁਣ ਗਾ ਕੇ।
ਗੁਰੂ ਦੇ ਹੁਕਮ ਦੁਆਰਾ ਉਸ ਨੂੰ ਦੇਖ ਕੇ, ਉਸ ਨੂੰ ਮਹਿਸੂਸ ਕਰਕੇ ਫੁੱਲ ਦੀ ਉਦਾਹਰਣ ਆਈ ਸੀ ਕਿ ਜਿਵੇਂ ਸੁਗੰਧੀ ਹੈ, ਇਸੇ ਤਰ੍ਹਾਂ ਰੱਬ ਸਭੈ ਘਟ ਰਾਮ ਬੋਲੇ ਸਭਨਾ ਵਿੱਚ ਬੈਠਾ ਹੈ। ਬਸ ਉਸ ਨੂੰ ਦੇਖਣਾ ਹੈ, ਉਸ ਨੂੰ ਮਹਿਸੂਸ ਕਰਨਾ ਹੈ। ਔਰ ਜਿਸ ਦਿਨ ਦੇਖ ਲਿਆ ਤੇ ਬਾਬਾ ਜੀ ਕਹਿੰਦੇ ਹੈ, ਜਦੋਂ ਸਭਨਾ ਵਿੱਚੋਂ ਵਸਦਾ ਦਿਖੇਗਾ, ਸਾਡੇ ਜੀਵਨ 'ਚੋਂ ਬੁਰਾਈਆਂ ਆਪੇ ਹੀ ਖਤਮ ਹੋ ਜਾਣਗੀਆਂ। ਨਿਕਟ ਬੁਝੈ ਸੋ ਬੁਰਾ ਕਿਉਂ ਕਰੈ। ਉਹ ਮਾੜਾ ਕਦੇ ਵੀ ਨਹੀਂ ਕਰੇਗਾ ਜਿਸ ਨੂੰ ਪਤਾ ਹੈ ਕਿ ਮੇਰਾ ਪ੍ਰੀਤਮ ਦੇਖ ਰਿਹਾ ਹੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛਪਾਵੈ। ਉਹ ਸਭ ਥਾਈਂ ਹੈ, ਜ਼ਰੇ ਜ਼ਰੇ ਵਿੱਚ, ਹਰ ਵਕਤ ਮੈਨੂੰ ਹਰ ਜਗ੍ਹਾ ਦੇਖਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਆਨੰਦ ਸੂਖ ਭੇਟਤ ਹਰ ਨਾਨਕ, ਜਨਮ ਕਰਤਾਰਥ ਸਫਲ ਸਵੇਰਾ। ਸਵੇਰਾ ਦਾ ਅਰਥ ਵਕਤ ਰਹਿੰਦੇ ਆ। ਮਾਲਕ ਨੇ ਇਹ ਜਨਮ ਸਫਲ ਕਰ ਦਿੱਤਾ, ਇਹ ਜਨਮ ਕਰਤਾਰਥ ਹੋ ਗਿਆ, ਮੁਕਤ ਹੋ ਗਿਆ। ਜਿਸ ਕਾਰਜ ਲਈ ਆਏ ਸਾਂ ਉਹ ਕਾਰਜ ਮਿਲ ਗਿਆ। ਤੇ ਕਾਰਜ ਕੀ ਸੀ? ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫਕੜੇ, ਸਭ ਮੁਕਦੀ ਚੱਲੀ ਰਹਿਣ। ਇਹ ਵਾਰੀ, ਇਹ ਅਵਸਰ ਸਫਲ ਹੋਇਆ ਜਦੋਂ ਦਾਤੇ ਨੇ ਕਿਰਪਾ ਕੀਤੀ, ਗੁਣ ਗਾਇਨ ਕਰ ਕੀਤੇ ਮਨੁੱਖ ਨੇ। ਗੁਰੂ ਦੀ ਬਰਕਤ ਨਾਲ ਮਿਲਾਪ ਹੁੰਦਾ ਹੈ। ਸਤਿਗੁਰੂ ਕਿਰਪਾ ਕਰਨ ਸਾਡੇ ਜੀਵਨ ਵਿੱਚ ਵੀ ਗੁਰੂ ਕੋਲ ਆ ਕੇ ਇਹ ਸੋਝੀ ਬਣੇ ਕਿ ਅਸੀਂ ਵੀ ਰੱਬ ਦੇ ਗੁਣ ਗਾਈਏ, ਸੰਗਤ ਕਰੀਏ, ਬਾਣੀ ਪੜ੍ਹੀਏ, ਰੱਬ ਵਿੱਚ ਭਰੋਸਾ ਰੱਖ ਕੇ ਜੀਵਨ ਜੀਵੀਏ। ਫਿਰ ਲੋਕ ਪਰਲੋਕ ਸੁਹੇਲਾ ਹੋਈਆਂ ਬੇਅੰਤ ਭੁੱਲਾਂ ਨਾ ਚਿਤਾਰਨੀਆਂ। ਸ਼ਬਦ ਗੁਰੂ ਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ।